हाँ जी लास्ट वीडियो ਦੇ ਵਿੱਚ ਆਪਾਂ ਨੇ ਦੇਖਿਆ ਸੀਗਾ ਕਿ ਇੰਟੈਲੀਜੈਂਸੀ ਜਿਹੜੀ ਹੈਗੀ ਕੀ ਹੈ ਇਹ ਟਰਮ ਹੈ ਜਿਹੜੀ ਇੰਟੈਲੀਜੈਂਸੀ ਕਿਹਨੇ ਕੁਆਇਨ ਕੀਤੀ ਸੀ ਇਹਦੇ ਨਾਲ ਰਿਲੇਟਡ ਟੈਸਟ ਸੀ ਜਿਹੜੇ ਉਹ ਕਿਹਨੇ ਬਣਾਏ ਤੇ ਜਿਹੜਾ ਆਈਕਿਊ ਅਸੀਂ ਯੂਜ਼ ਕਰਦੇ ਆ ਡੇਲੀ ਅਸੀਂ ਆਮ ਲਾਈਫ 'ਚ ਵੀ ਵਰਤ ਲੈਂਦੇ ਹਾਂ ਕਿ ਇਹਦਾ ਆਈਕਿਊ ਲੈਵਲ ਘੱਟ ਹੈ ਇਹਦਾ ਆਈਕਿਊ ਲੈਵਲ ਵੱਧ ਹੈ ਤਾਂ ਉਹ ਬੇਸਿਕਲੀ ਟਰਮ ਕਿਹਨੇ ਦਿੱਤੀ ਸੀ ਤੇ ਫਾਰਮੂਲਾ ਕਿਹਨੇ ਦਿੱਤਾ ਸੀ ਤੇ ਕਿਹੜੇ ਤਰੀਕੇ ਦੇ ਨਾਲ ਅਸੀਂ ਕੈਲਕੂਲੇਟ ਕਰ ਸਕਦੇ ਹਾਂ ਜੇਕਰ ਕਿਸੇ ਦਾ ਆਈਕਿਊ ਲੈਵਲ ਹੈ ਜਿਹੜਾ ਕੈਲਕੂਲੇਟ ਕਰਨਾ ਹੋਵੇ। ਪਰ ਜੇਕਰ ਆਈਕਿਊ ਲੈਵਲ ਕੈਲਕੂਲੇਟ ਕਰਨਾ ਤਾਂ ਸਭ ਤੋਂ ਪਹਿਲਾਂ ਸਾਨੂੰ ਮੈਂਟਲ ਏਜ ਹੈ ਜਿਹੜੀ ਉਹ ਕੈਲਕੂਲੇਟ ਕਰਨੀ ਪਊਗੀ। ਤਾਂ ਮੈਂਟਲ ਏਜ ਕੈਲਕੂਲੇਟ ਕਰਨ ਦੇ ਵੱਖੋ ਵੱਖਰੇ ਮੈਥਡਸ ਨੇ ਉਹ ਆਪਾਂ ਨੂੰ ਸਿਲੇਬਸ ਦੇ ਵਿੱਚ ਨਹੀਂ ਹੈਗੇ। ਤਾਂ ਹੁਣ ਅਸੀਂ ਦੇਖਾਂਗੇ ਨੈਕਸਟ ਕਿ ਥਿਊਰੀਜ਼ ਆਫ ਇੰਟੈਲੀਜੈਂਸ ਕਿਹੜੀਆਂ ਨੇ, ਜਾਨੀ ਕਿ ਜਿਹੜੀ ਸਾਡੀ ਬੁੱਧੀ ਹੈ ਸਾਡੀ ਜਿਹੜੀ ਇੰਟੈਲੀਜੈਂਸ ਹੈ ਉਹ ਕਿਹੜੇ ਫੈਕਟਰਾਂ ਤੋਂ ਮਿਲ ਕੇ ਬਣਦੀ ਹੈ। ਹੁਣ ਕਿਉਂਕਿ ਇਹ ਇੱਕ ਐਬਸਟਰੈਕਟ ਟੌਪਿਕ ਹੈ ਨਾ ਤਾਂ ਇਹਦੇ ਬਾਰੇ ਵੱਖੋ ਵੱਖਰੇ ਬੰਦਿਆਂ ਦੇ ਵੱਖੋ ਵੱਖਰੇ ਵਿਚਾਰ ਹੋ ਸਕਦੇ ਨੇ। ਹੁਣ ਜਿਹੜਾ ਬ੍ਰੇਨ ਹੈ ਸ਼ੁਰੂ ਤੋਂ ਇੱਕ ਹਾਈਪੋਥੈਟੀਕਲ ਟੌਪਿਕ ਹੀ ਹੈਗਾ ਤਾਂ ਇਹਦੇ ਬਾਰੇ ਅਸੀਂ ਕੁਝ ਵੀ ਸ਼ੋਰਟੀ ਦੇ ਵਿੱਚ ਨਹੀਂ ਕਹਿ ਸਕਦੇ। ਕੋਈ ਬੰਦਾ ਆਇਆ ਉਹਨੇ ਆ ਕੇ ਕਹਿੰਦਾ ਜੀ ਥਿਊਰੀ ਹੈ ਜਿਹੜਾ ਸਾਡੀ ਇੰਟੈਲੀਜੈਂਸ ਹੈ ਉਹ 1 ਫੈਕਟਰ ਹੁੰਦੀ ਹੈ, ਫਿਰ ਕੋਈ ਹੋਰ ਆਇਆ ਉਹ ਕਹਿੰਦਾ 2 ਫੈਕਟਰ ਹੈ, ਕੋਈ ਕਹਿੰਦਾ ਜੀ 4 ਫੈਕਟਰ ਨੇ, ਕੋਈ 3 ਫੈਕਟਰ ਨੇ, ਕੋਈ 7 ਨੇ, ਕੋਈ 8 ਨੇ ਨਾ। ਹਰ ਬੰਦੇ ਦੀ ਵੱਖੋ ਵੱਖਰੀ ਰਾਏ ਹੈ ਕਿ ਇੱਕ ਬੰਦੇ ਦੀ ਜਿਹੜੀ ਇੰਟੈਲੀਜੈਂਸ ਹੈ ਕਿਵੇਂ ਕੰਮ ਕਰਦੀ ਹੈ। ਤਾਂ ਕਿਸੇ ਵੀ ਵਿਅਕਤੀ ਦਾ ਕੋਈ ਵੀ ਅੰਦਾਜ਼ਾ ਹੋ ਸਕਦਾ ਤੇ ਉਹਨਾਂ ਨੇ ਉਹਨਾਂ ਅੰਦਾਜ਼ਿਆਂ ਦੇ ਹਿਸਾਬ ਨਾਲ ਜਾਂ ਉਹਨਾਂ ਨੇ ਕੁਝ ਆਬਜ਼ਰਵੇਸ਼ਨ ਕਰਕੇ ਜਾਂ ਫਿਰ ਕੁਝ ਬੰਦਿਆਂ ਦੇ ਸਟੱਡੀ ਕਰਕੇ ਉਹਨਾਂ ਨੇ ਕੁਝ ਆਊਟਕਮ ਲੈ ਕੇ ਸਾਡੇ ਸਾਹਮਣੇ ਰਿਜ਼ਲਟ ਦਿੱਤੇ ਤੇ ਉਹਨਾਂ ਰਿਜ਼ਲਟ ਦੇ ਬੇਸਿਸ ਦੇ ਉੱਪਰ ਉਹਨਾਂ ਨੇ ਸਾਨੂੰ ਕੁਝ ਟਾਈਪਸ ਦਿੱਤੀਆਂ ਜਾਂ ਕੁਝ ਫੈਕਟਰ ਦਿੱਤੇ ਕਿ ਜੇਕਰ ਆਹ ਫੈਕਟਰ ਬੰਦੇ ਦੇ ਵਿੱਚ ਹੈਗੇ ਨੇ ਤਾਂ ਇਹਦਾ ਮਤਲਬ ਉਹਦੇ 'ਚ ਇਹ ਗੁਣ ਹੋ ਸਕਦੇ ਨੇ। ਤਾਂ ਸਭ ਤੋਂ ਪਹਿਲਾਂ ਹੀ ਅਸੀਂ ਗੱਲ ਕਰਕੇ ਹਟੇ ਹਾਂ ਕਿ ਜਦੋਂ ਇੰਟੈਲੀਜੈਂਸੀ ਟੈਸਟਿੰਗ ਦੀ ਗੱਲ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਇੰਟੈਲੀਜੈਂਸੀ ਟੈਸਟਿੰਗ ਦਾ ਕੰਮ ਕਿਹਨੇ ਕੀਤਾ ਸੀਗਾ, ਐਲਫਰਡ ਬਿਨੇ ਨੇ ਕੀਤਾ ਸੀ। ਤਾਂ ਪਹਿਲੀ ਜਿਹੜੀ ਥਿਊਰੀ ਹੈ ਉਹ ਵੀ ਸਾਡੇ ਕੋਲ ਐਲਫਰਡ ਬਿਨੇ ਦੀ ਹੈ ਜਿਹਨੂੰ ਅਸੀਂ ਬੋਲਦੇ ਹਾਂ ਯੂਨੀਫੈਕਟਰ ਥਿਊਰੀ। ਪਹਿਲੀ ਜਿਹੜੀ ਸਾਡੇ ਕੋਲ ਥਿਊਰੀ ਹੈ ਉਹ ਵੀ ਕਿਹਦੀ ਹੈ, ਐਲਫਰਡ ਬਿਨੇ ਦੀ, ਜਿਹਦਾ ਨਾਮ ਕੀ ਹੈ ਯੂਨੀਫੈਕਟਰ ਥਿਊਰੀ। ਯੂਨੀ ਦਾ ਮਤਲਬ ਕੀ ਹੈ ਇੱਕ, ਜਾਨੀ ਕਿ ਇਹਦੇ ਵਿੱਚ ਫੈਕਟਰ ਕਿੰਨੇ ਨੇ, ਜਸਟ ਇੱਕ ਫੈਕਟਰ ਹੈ ਤੇ ਉਹ ਇੱਕ ਫੈਕਟਰ ਇਹਨਾਂ ਨੇ ਕੀ ਕਿਹਾ, ਜੀ ਫੈਕਟਰ ਦਾ ਨਾਮ ਦਿੱਤਾ ਜਾਂਦਾ ਉਹਨੂੰ ਜਨਰਲ ਫੈਕਟਰ। ਜਨਰਲ ਫੈਕਟਰ ਕਿਹੜਾ, ਉਹ ਕਹਿੰਦੇ ਕਿ ਬੁੱਧੀ ਹੈ ਜਿਹੜੀ ਹਰ ਕਿਸੇ 'ਚ ਉਹਦੇ 'ਚ ਇੱਕੋ ਹੀ ਫੈਕਟਰ ਹੁੰਦਾ, ਹਰ ਕਿਸੇ 'ਚ ਇੱਕੋ ਜਨਰਲ ਫੈਕਟਰ ਦੀ ਬੁੱਧੀ ਹੈ ਜਿਹੜੀ ਪਾਈ ਜਾਂਦੀ ਹੈ। ਤਾਂ ਇਹਨਾਂ ਨੇ ਬੁੱਧੀ ਬਾਰੇ ਸਿਰਫ ਇੱਕੋ ਫੈਕਟਰ ਦੀ ਗੱਲ ਕੀਤੀ ਹੈ। ਇਸ ਤੋਂ ਬਾਅਦ ਸਾਡੇ ਕੋਲ ਆਉਂਦੇ ਨੇ ਚਾਰਲਸ ਸਪੀਅਰਮੈਨ। ਚਾਰਲਸ ਸਪੀਅਰਮੈਨ ਨੇ ਫਿਰ ਗੱਲ ਕੀਤੀ 2 ਫੈਕਟਰ ਥਿਊਰੀ ਦੀ। ਇਹਨਾਂ ਨੇ ਇੱਕ ਦੀ ਕੀਤੀ, ਇਹਨਾਂ ਨੇ ਕਿੰਨੇ ਦੀ ਕਰਤੀ, 2 ਫੈਕਟਰ ਦੀ। ਹੁਣ ਚਾਰਲਸ ਸਪੀਅਰਮੈਨ ਇੱਕ ਇਹਨਾਂ ਨੇ ਫੈਕਟਰ ਐਨਾਲਿਸਿਸ ਮੈਥਡ ਦਿੱਤਾ ਸੀ, ਉਹਨਾਂ ਦੇ ਫਾਊਂਡਰ ਵੀ ਕਿਹਾ ਜਾਂਦਾ ਇਹਨਾਂ ਨੂੰ। ਤਾਂ 2 ਫੈਕਟਰ ਥਿਊਰੀ ਕਿਹਨੇ ਦਿੱਤੀ ਹੈ, ਚਾਰਲਸ ਸਪੀਅਰਮੈਨ ਨੇ। ਹੁਣ ਇਹਨਾਂ ਨੇ ਇੱਕ ਚੀਜ਼ ਤਾਂ ਇਹਦੇ ਵਾਲੀ ਚੱਕ ਲਈ ਕਿ ਇੱਕ ਚੀਜ਼ ਕਿਹੜਾ ਹੁੰਦਾ ਜੀ, ਜਨਰਲ ਫੈਕਟਰ ਜਿਹੜੀ ਕਿ ਸਾਰਿਆਂ ਦੇ ਵਿੱਚ ਪਾਈ ਜਾਂਦੀ ਹੈ। ਇੱਕ ਫੈਕਟਰ ਉਹਨਾਂ ਲਈ ਚੱਕ ਲਿਆ ਕਿ ਜਨਰਲ ਫੈਕਟਰ ਉਹ ਬੁੱਧੀ ਜਿਹੜੀ ਸਾਰਿਆਂ ਦੇ ਵਿੱਚ ਹੀ ਪਾਈ ਜਾਂਦੀ ਆ, ਪਰ ਅਸੀਂ ਸਾਰੇ ਇੱਕੋ ਜਿਹੇ ਨਹੀਂ ਹੈਗੇ, ਇੱਕ ਦੂਸਰੇ ਤੋਂ ਵੱਖਰੇ ਆ। ਤਾਂ ਉਹਨੇ ਕੀ ਕਹਿਤਾ ਕਿ ਬੰਦਿਆਂ ਦੇ ਵਿੱਚ ਕੁਛ ਨਾ ਕੁਛ ਸਪੈਸੀਫਿਕ ਫੈਕਟਰ ਵੀ ਹੁੰਦੇ ਨੇ। ਸਪੈਸੀਫਿਕ ਫੈਕਟਰ ਇਨ ਦਾ ਸੈਂਸ ਜੇ ਅਸੀਂ ਇਕੱਲੇ ਸਪੋਰਟਸ ਪਰਸਨ ਦੀ ਗੱਲ ਕਰ ਲਈਏ, ਅਸੀਂ ਮੁਹੰਮਦ ਅਲੀ ਦੀ ਕਰ ਲਈਏ ਤਾਂ ਉਹ ਹੈਗਾ ਤਾਂ ਸਪੋਰਟਸ ਦੇ ਵਿੱਚ ਐਕਸੀਲੈਂਟ ਬੰਦਾ ਸੀ, ਪਰ ਉਹਦੀ ਸਪੋਰਟਸ ਕਿਹੜੀ ਸੀਗੀ, ਬਾਕਸਿੰਗ। ਜੇਕਰ ਅਸੀਂ ਉਸੇਨ ਬੋਲਟ ਦੀ ਗੱਲ ਕਰਦੇ ਹਾਂ ਉਹ 100 ਮੀਟਰ ਦੇ ਵਿੱਚ ਹੈ, ਅਸੀਂ ਵਿਰਾਟ ਕੋਹਲੀ ਦੀ ਗੱਲ ਕਰਦੇ ਹਾਂ ਉਹ ਕ੍ਰਿਕਟ ਦੇ ਵਿੱਚ ਹੈ, ਅਸੀਂ ਰੋਨਾਲਡੋ ਦੀ ਗੱਲ ਕਰਦੇ ਹਾਂ ਉਹ ਫੁੱਟਬਾਲ ਦੇ ਵਿੱਚ ਹੈ ਨਾ। ਤਾਂ ਬੰਦੇ ਦੇ ਜਿਹੜੇ ਸਪੈਸੀਫਿਕ ਫੈਕਟਰ ਹੈ ਜਿਹੜਾ ਉਹ ਵੀ ਕੀ ਹੋਊਗਾ, ਬੰਦਿਆਂ ਦੇ ਵਿੱਚ ਅਲੱਗ-ਅਲੱਗ ਹੋਊਗਾ। ਕਿਸੇ 'ਚ ਕਿਸੇ ਤਰ੍ਹਾਂ ਦਾ ਗੁਣ ਪਾਇਆ ਜਾਊ, ਬੁੱਧੀ 'ਚ ਕਿਸੇ ਤਰ੍ਹਾਂ ਦਾ ਗੁਣ ਪਾਇਆ ਜਾਊਗਾ। ਤਾਂ ਬੁੱਧੀ ਹੈ ਜਿਹੜੀ ਜਨਰਲ ਫੈਕਟਰ ਇੱਕ ਚੀਜ਼ਾਂ ਕੁਛ ਤਾਂ ਸਾਰਿਆਂ ਦੇ ਵਿੱਚ ਕਾਮਨ ਨੇ, ਅਸੀਂ ਸਾਰੇ ਕੀ ਹੈ ਕਾਪੀ ਤੇ ਲਿਖ ਸਕਦੇ ਹਾਂ ਹੈ ਨਾ। ਪਰ ਕੁਛ ਬੰਦੇ ਇਹੋ ਜਿਹੇ ਨੇ ਜਿਨ੍ਹਾਂ ਦਾ ਲਿਖਣਾ ਜਿਹੜਾ ਜਿਵੇਂ ਲਿਖਾਈ ਹੈ ਉਹ ਕਿਤਾਬ ਵਰਗੇ ਲਿਖ ਦਿੰਦੇ ਨੇ ਨਾ, ਬਹੁਤ ਜ਼ਿਆਦਾ ਸੋਹਣੀ ਹੈਂਡ ਰਾਈਟਿੰਗ ਹੈ, ਕੈਲੀਗ੍ਰਾਫੀ ਜਿਹੜੀ ਬਹੁਤ ਜ਼ਿਆਦਾ ਸੋਹਣੀ ਹੈ। ਯਾਨੀ ਕਿ ਉਹੀ ਚੀਜ਼ ਕੀ ਹੈ, ਲਿਖ ਸਾਰੇ ਰਹੇ ਨੇ, ਜਨਰਲ ਫੈਕਟਰ ਹੈ, ਪਰ ਇੱਕ ਬੰਦਾ ਐਕਸਟਰਾ ਆਰਡੀਨਰੀ ਬਹੁਤ ਜ਼ਿਆਦਾ ਸੋਹਣਾ ਲਿਖ ਰਿਹਾ, ਉਹ ਕੀ ਉਹਦਾ ਸਪੈਸੀਫਿਕ ਫੈਕਟਰ ਹੈ। ਫਿਰ ਉਸ ਤੋਂ ਬਾਅਦ ਸਾਡੇ ਕੋਲ ਅਗਲਾ ਬੰਦਾ ਆਉਂਦਾ ਹੈ। ਅਗਲਾ ਬੰਦਾ ਆ ਕੇ ਸਾਡਾ ਜਿਹੜਾ ਰੋਬਰਟ ਸਟੈਨਬਰਗ ਹੈ। ਰੋਬਰਟ ਸਟੈਨਬਰਗ ਆ ਕੇ ਕੀ ਕਹਿੰਦਾ ਕਿ ਜਿਹੜੀ ਬੁੱਧੀ ਹੈ ਉਹ ਕੀ ਹੈ, ਟਰਾਈ ਕਰਕੇ ਉਹਨੇ ਕਿੰਨੇ ਫੈਕਟਰ ਦਿੱਤੇ, 3 ਫੈਕਟਰ ਦਿੱਤੇ ਤੇ 3 ਫੈਕਟਰ ਜਿਹੜਾ ਬੁੱਧੀ ਦਾ ਜਿਹੜਾ ਇਹ ਫੈਕਟਰ ਦਿੱਤੇ ਨੇ, ਇਸ ਨੂੰ ਬੁੱਧੀ ਦਾ ਦੂਸਰਾ ਨਾਮ ਵੀ ਇਹਦਾ ਹੈਗਾ ਇੱਕ ਆਟੋਮਿਸਟਿਕ। ਤਾਂ ਇਹਨਾਂ ਨੇ ਬੁੱਧੀ ਦੇ ਕਿੰਨੇ ਫੈਕਟਰ ਦਿੱਤੇ ਨੇ ਸਾਨੂੰ 3। ਪਹਿਲਾ ਫੈਕਟਰ ਇਹਨਾਂ ਨੇ ਦਿੱਤਾ ਕਿ ਪ੍ਰੈਕਟੀਕਲ, ਸਾਡੀ ਜਿਹੜੀ ਇੰਟੈਲੀਜੈਂਸੀ ਆ ਪ੍ਰੈਕਟੀਕਲ ਇੰਟੈਲੀਜੈਂਸੀ ਵੱਧ ਹੁੰਦੀ ਹੈ ਕਿਸੇ। ਦੂਸਰੀ ਇਹਨਾਂ ਨੇ ਦਿੱਤੀ ਕ੍ਰੀਏਟਿਵ, ਕਈ ਬਹੁਤ ਸਾਰੇ ਬੰਦੇ ਨੇ ਜਿਹੜੇ ਉਹ ਕੀ ਹੁੰਦੇ ਨੇ, ਕ੍ਰੀਏਟਿਵ ਹੁੰਦੇ ਨੇ, ਵੱਖੋ ਵੱਖਰੇ ਤਰੀਕੇ ਨੇ ਜਿਹੜੇ ਉਹ ਲੱਭ ਲੈਂਦੇ ਨੇ। ਤੀਸਰਾ ਸਾਡੇ ਕੋਲ ਹੈਗੀ ਹੈ ਐਨਾਲਿਟੀਕਲ ਐਂਡ ਕੰਪੋਨੈਂਟੀਅਲ ਹੈ ਨਾ, ਕਿਸੇ ਦੀ ਜਿਹੜੀ ਐਬਿਲਿਟੀ ਹੈ ਕਿਸੇ ਚੀਜ਼ ਨੂੰ ਐਨਾਲਾਈਜ਼ ਕਰਨ ਦੀ ਉਹ ਜ਼ਿਆਦਾ ਹੁੰਦੀ ਹੈ। ਤਾਂ ਇਹ 3 ਫੈਕਟਰ ਕਿਹਨੇ ਦਿੱਤੇ ਸਾਨੂੰ,
ਰੋਬਰਟ ਸਟਰਨਬਰਗ ਨੇ ਦਿੱਤੇ। ਇਹਨਾਂ ਦੀ ਥਿਊਰੀ ਨੂੰ ਟਰਾਈ ਆਰਕਿਕ ਥਿਊਰੀ ਬੋਲਿਆ ਗਿਆ ਤੇ ਜਾਂ ਫਿਰ ਐਟੋਮਿਸਟਿਕ ਥਿਊਰੀ ਬੋਲਿਆ ਗਿਆ। ਇਸ ਤੋਂ ਬਾਅਦ ਸਾਡੇ ਕੋਲ ਆਉਂਦੀ ਹੈ ਥੋਰਨਡਾਈਕ ਦੀ ਥਿਊਰੀ। ਥੋਰਨਡਾਈਕ ਨੇ ਬੋਲਿਆ ਕਿ ਜਿਹੜੀ ਇੰਟੈਲੀਜੈਂਸ ਸੀ ਉਹ ਮਲਟੀ ਫੈਕਟਰਲ ਹੈ, ਪਰ ਗੱਲ ਇਹਨਾਂ ਨੇ ਤਿੰਨ ਕੰਪੋਨੈਂਟਾਂ ਦੀ ਕੀਤੀ, ਇੱਕ ਸੋਸ਼ਲ, ਇੱਕ ਐਬਸਟ੍ਰੈਕਟ ਤੇ ਇੱਕ ਕੰਕਰੀਟ। ਇੱਕ ਉਹ ਬੁੱਧੀ ਜਿਹੜੀ ਸਮਾਜ ਦੇ ਨਾਲ ਅਸੀਂ ਡੀਲ ਕਰਦੇ ਹਾਂ, ਇੱਕ ਉਹ ਜਿਹੜੀਆਂ ਅਮੂਰਤ ਚੀਜ਼ਾਂ ਦੀ ਗੱਲ ਕਰਦੇ ਹਾਂ, ਇਮੈਜੀਨੇਸ਼ਨ ਦੀ ਗੱਲ ਕਰਦੇ ਹਾਂ, ਇੱਕ ਕੰਕਰੀਟ ਉਹ ਚੀਜ਼ਾਂ ਜਿਹੜੀਆਂ ਫੜੀਆਂ ਜਾ ਸਕਦੀਆਂ ਨੇ, ਜਿਹੜੀਆਂ ਮੂਰਤ ਨੇ ਚੀਜ਼ਾਂ, ਉਹਨਾਂ ਦੀ ਗੱਲ ਕਰਦੇ ਹਾਂ। ਤਾਂ ਇਹਨਾਂ ਨੇ ਬੁੱਧੀ ਕਿੰਨੇ ਤਰ੍ਹਾਂ ਦੀ ਦਿੱਤੀ? ਤਿੰਨ ਤਰ੍ਹਾਂ ਦੀ ਥੋਰਨਡਾਈਕ ਦੀ। ਉਸ ਤੋਂ ਬਾਅਦ ਸਾਡੇ ਕੋਲ ਆਉਂਦੀ ਹੈ ਥਿਊਰੀ ਥਰਸਟਨ ਦੀ। ਥਰਸਟਨ ਨੇ ਕੀ ਦਿੱਤੀ? ਗਰੁੱਪ ਫੈਕਟਰ ਥਿਊਰੀ। ਇਹਨਾਂ ਨੂੰ ਪ੍ਰਾਇਮਰੀ ਮੈਂਟਲ ਐਬਿਲਿਟੀ ਥਿਊਰੀ ਵੀ ਕਿਹਾ ਜਾਂਦਾ ਹੈ। ਇਹਨਾਂ ਨੇ ਆਖਿਆ ਕਿ ਇੱਕ ਬੰਦਾ ਜਿਹੜਾ ਉਹਦੇ ਵਿੱਚ ਵੱਖੋ ਵੱਖਰੀਆਂ ਮੈਂਟਲ ਐਬਿਲਿਟੀਜ਼ ਪਾਈਆਂ ਜਾਂਦੀਆਂ ਨੇ। ਇਹ ਕੀ ਕਹਿੰਦੇ ਨੇ ਕਿ ਬੰਦਿਆਂ ਦੇ ਵਿੱਚ ਵੱਖੋ ਵੱਖਰੀਆਂ ਮੈਂਟਲ ਐਬਿਲਿਟੀਜ਼ ਪਾਈਆਂ ਜਾਂਦੀਆਂ ਨੇ, ਤੇ ਉਹ ਮੈਂਟਲ ਐਬਿਲਿਟੀ ਦੀ ਗਿਣਤੀ ਇਹਨਾਂ ਨੇ ਕਿੰਨੀ ਦਿੱਤੀ? 7। ਤੇ ਬੇਸਿਕਲੀ ਇਹਨਾਂ ਨੇ ਜਿਹੜੀ ਪਹਿਲਾਂ ਇਹ ਬੰਦਾ ਥਿਊਰੀ ਲੈ ਕੇ ਗਿਆ, ਇਸ ਥਿਊਰੀ ਨੂੰ ਕ੍ਰਿਟੀਸਾਈਜ਼ ਕੀਤਾ। ਕਿਹਨੇ ਕ੍ਰਿਟੀਸਾਈਜ਼ ਕੀਤਾ? ਥਰਸਟਨ ਨੇ ਆ ਕੇ ਕ੍ਰਿਟੀਸਾਈਜ਼ ਕੀਤਾ ਕਿ ਦੋ ਤਰ੍ਹਾਂ ਦੇ ਫੈਕਟਰ ਸਿਰਫ ਨਹੀਂ ਹੁੰਦੇ ਬੰਦੇ 'ਚ, ਜਿਹੜੀ ਮੈਂਟਲ ਐਬਿਲਿਟੀਜ਼ ਨੇ ਉਹ ਬਹੁਤ ਤਰ੍ਹਾਂ ਦੀਆਂ ਪਾਈ ਜਾਂਦੀਆਂ ਨੇ, ਤੇ ਉਹਨਾਂ ਦੀ ਗਿਣਤੀ ਉਹਨੇ ਕਿੰਨੀ ਦਿੱਤੀ? 7 ਦਿੱਤੀ। ਤੇ ਇਹ ਕਹਿੰਦਾ ਜਿਹੜੀਆਂ ਸੱਤੇ ਨੇ ਇਹ ਇੰਡੀਪੈਂਡੈਂਟ ਨੇ। ਇਹਨਾਂ ਨੇ ਕੀ ਦਿੱਤਾ ਕਿ 7 ਦੀਆਂ 7 ਕੀ ਨੇ? ਇਹ ਇੰਡੀਪੈਂਡੈਂਟ ਨੇ, ਯਾਨੀ ਕਿ ਅਲੱਗ-ਅਲੱਗ ਯੋਗਤਾ ਹਰ ਇੱਕ ਚੀਜ਼ ਦੀ ਸਾਡੇ 'ਚ ਇੱਕ ਦੂਜੇ ਦੇ ਨਾਲ, ਇੱਕ ਦੂਜੇ ਦੇ ਉੱਪਰ ਨਿਰਭਰ ਨਹੀਂ ਕਰਦੀ। ਪਹਿਲੀ ਉਹ ਦਿੰਦਾ ਕੀ ਹੈ? ਸਾਡੀ ਸਪੇਸ਼ੀਅਲ ਐਬਿਲਿਟੀ। ਪਹਿਲੀ ਮੈਂਟਲ ਐਬਿਲਿਟੀ ਕਿਹੜੀ ਦਿੰਦਾ? ਸਪੇਸ਼ੀਅਲ ਐਬਿਲਿਟੀ ਦਿੰਦਾ। ਇਹਦੇ 'ਚ ਕੀ ਹੈ? ਜਦੋਂ ਸਾਨੂੰ ਜਿਓਗ੍ਰਾਫੀ ਦਾ ਜਿਹੜਾ ਗਿਆਨ ਹੈ ਉਹ ਜ਼ਿਆਦਾ ਹੋਵੇ, ਯਾਨੀ ਕਿ ਸਪੇਸ ਦਾ ਧਿਆਨ ਜ਼ਿਆਦਾ ਹੋਵੇ। ਇੱਕ ਕ੍ਰਿਕਟ ਦਾ ਪਲੇਅਰ ਹੈ, ਗਰਾਊਂਡ ਦੇ ਵਿੱਚ ਖੜਾ ਹੋ ਤਾਂ ਕੈਚ ਆ ਰਿਹਾ, ਉਹਨੂੰ ਦੇਖਣਾ ਕਿ ਉਹਨੇ ਡਾਈ ਕਿੰਨੀ ਦੂਰ ਮਾਰਨੀ ਹੈ ਨਾ, ਕਿ ਬਾਲ ਕਿੰਨੀ ਦੂਰ ਹੈ, ਸਿੱਧੇ ਹੀ ਹੱਥ ਆ ਜਾਣਗੇ, ਉੱਪਰ ਹੱਥ ਕਰਨੇ ਨੇ ਜਾਂ ਉਹਨੂੰ ਡਾਈ ਮਾਰ ਕੇ ਫੜਨੀ ਪੈਣੀ ਹੈ। ਤਾਂ ਸਥਾਨ ਦਾ ਗਿਆਨ ਹੈ ਜਿਹੜਾ ਉਸ ਬੰਦੇ ਨੂੰ ਕਿੰਨਾ ਕੁ ਹੈ, ਜਾਂ ਕਿੰਨੀ ਜਲਦੀ ਉਹਦੇ ਸਾਹਮਣੇ, ਜਿਵੇਂ ਸਾਡੇ ਜਿਹੜੇ ਮੈਪ ਬਣਾਉਂਦੇ ਨੇ ਬੰਦੇ ਨਾ, ਮੈਪ ਬਣਾਉਣ ਵਾਲੇ ਨੇ ਜਿਹੜੇ, ਉਹ ਜਗ੍ਹਾ ਦੇਖ ਕੇ ਦੱਸ ਦਿੰਦੇ ਨੇ ਕਿ ਇਹ ਇੰਨੇ ਬਾਏ ਇੰਨੇ ਦਾ ਏਰੀਆ, ਇੱਥੇ ਆ ਜਿਹੜੇ ਕਮਰੇ ਨੇ ਇੰਨੇ ਬਾਏ ਇੰਨੇ ਦੇ ਬਣ ਸਕਦੇ ਨੇ। ਇੱਕ ਨਾਰਮਲ ਬੰਦਾ ਜਿਹੜਾ ਉਹ ਚੀਜ਼ ਨਹੀਂ ਦੱਸ ਸਕਦਾ। ਇਹਦੀ ਇੱਕ ਛੋਟੀ ਜਿਹੀ ਐਗਜ਼ਾਮਪਲ ਲੈਂਦੇ ਆਪਾਂ। ਅਸੀਂ ਜਦੋਂ ਯੂਨੀਵਰਸਿਟੀ ਪੜ੍ਹਦੇ ਸੀਗੇ ਤਾਂ ਸਾਡੇ ਦੋ ਬੰਦੇ ਸੀ ਜਿਹੜੇ ਪਿੰਡਾਂ ਵਾਲੇ ਦੇ ਬੰਦੇ ਸੀਗੇ, ਦੋ ਉਹ ਮਿਲਣ ਆ ਗਏ ਜਿਹੜੇ ਬਿਲਕੁਲ ਖੇਤੀ ਕਰਦੇ ਸੀ। ਉਹਨਾਂ ਨੇ ਕੋਈ ਸਮਾਨ ਫੜਾਉਣਾ ਸੀ ਯੂਨੀਵਰਸਿਟੀ ਆ ਕੇ। ਹੁਣ ਉਹ ਬੰਦਿਆਂ ਨੇ ਸਾਰੀ ਯੂਨੀਵਰਸਿਟੀ ਦੇ ਵਿੱਚ ਗੇੜਾ ਕੱਢਿਆ, ਗੇੜਾ ਕੱਢ ਕੇ ਆ ਕੇ ਜਦੋਂ ਜਾਣ ਲੱਗੇ ਤਾਂ ਜਾਣ ਲੱਗੇ ਉਹ ਦੋਨੋਂ ਆਪਸ ਦੇ ਵਿੱਚ ਗੱਲ ਕਰਨ ਲੱਗੇ। ਉਹ ਕਹਿੰਦੇ ਵੀ ਜਿਹੜੀ ਯੂਨੀਵਰਸਿਟੀ ਆ ਯਾਰ ਵੀ ਇਹ ਘੱਟੋ ਘੱਟ 100 ਕਿੱਲੇ 'ਚ ਹੈਗੀ ਆ, ਜੇਕਰ ਆਪਾਂ ਉਹ ਆਹ ਏਰੀਆ ਆਪਾਂ ਉੱਧਰ ਆਹ ਬਿਲਡਿੰਗ ਢਾਹ ਦਾਂਗੇ, ਆਹ ਬਿਲਡਿੰਗਾਂ ਢਾਹ ਕੇ ਇੰਨੇ ਏਕੜ ਦਾ ਆਪਾਂ ਇੱਧਰ ਜਿਹੜਾ ਇੱਥੇ ਜ਼ਮੀਨ ਆ ਇੰਨੇ ਇਕੱਠੇ ਏਕੜ ਕਰ ਦਾਂਗੇ, ਇੱਧਰਲੀ ਸਾਈਡ ਮੋਟਰ ਹੋਊਗੀ, ਇੱਧਰਲੀ ਸਾਈਡ ਉਹਨਾਂ ਨੇ ਇੱਕ ਗੇੜਾ ਦੇ ਕੇ ਸਾਰੇ ਦੀ ਸਾਰੀ ਕੈਲਕੂਲੇਸ਼ਨ ਕਰਕੇ ਆ ਗਏ। ਯੂਨੀਵਰਸਿਟੀ ਬਣਾਈ ਤਾਂ ਆਪਾਂ ਨੇ ਪੜ੍ਹਨ ਵਾਸਤੇ, ਪਰ ਉਹ ਗੱਲ ਢਾਉਣ ਦੀ ਕਰ ਰਹੇ ਸੀ। ਪਰ ਉਹ ਬੰਦਿਆਂ ਦੀ ਇੱਕ ਤਾਕਤ ਦੇਖੋ ਕਿ ਉਹਨਾਂ ਨੇ ਕਿੰਨੀ ਜਲਦੀ ਸਿਰਫ ਇੱਕ ਗੇੜਾ ਦੇ ਕੇ ਕੀ ਕਰ ਲਿਆ, ਉਹਨਾਂ ਨੇ ਸਪੇਸ ਦੀ ਸਾਰੀ ਇਨਫੋਰਮੇਸ਼ਨ ਲੈ ਲਈ ਕਿ ਕਿਹੜੀ ਜਗ੍ਹਾ ਤੇ ਕਿਹੜੀ ਚੀਜ਼ ਫਿੱਟ ਹੋ ਸਕਦੀ ਹੈ। ਤਾਂ ਇਸ ਤਰ੍ਹਾਂ ਦੀ ਐਬਿਲਿਟੀ ਕਿ ਕਿੰਨੀ ਜਲਦੀ ਤੁਸੀਂ ਜਿਹੜੀ ਵੀ ਸਪੇਸ ਹੈਗੀ ਆ ਉਹਨੂੰ ਆਰਗੇਨਾਈਜ਼ ਕਰ ਲੈਂਦੇ ਹੋ। ਇੱਕ ਕਬੱਡੀ ਦਾ ਪਲੇਅਰ ਹੈ, ਉਹਨੇ ਟੱਚ ਲਾ ਕੇ ਵਾਪਸ ਜਾਣਾ ਹੈ ਨਾ, ਤਾਂ ਉਹਨੇ ਇਸ ਤਰੀਕੇ ਨਾਲ ਸਪੇਸ ਨੂੰ ਯੂਜ਼ ਕਰਨਾ ਕਿ ਉਹਨੇ ਪੁਆਇੰਟ ਵੀ ਲੈਣਾ ਤੇ ਉਹਨੇ ਫੜਿਆ ਵੀ ਨਹੀਂ ਜਾਣਾ। ਗੱਲ ਕੀ ਹੈ ਕਿ ਸਪੇਸ ਹੀ ਉਹਦੇ ਕੋਲ ਇੱਕ, ਉਹ ਸਪੇਸ ਦੇ ਵਿੱਚ ਰਹਿ ਕੇ ਉਹਨੇ ਕੀ ਕਰਨੇ ਨੇ, ਆਪਣੀ ਟੀਮ ਦੇ ਲਈ ਐਡਵਾਂਟੇਜ ਕਲੈਕਟ ਕਰਨੇ ਨੇ। ਇਸ ਤਰ੍ਹਾਂ ਦੀ ਐਬਿਲਿਟੀ ਨੂੰ ਅਸੀਂ ਕੀ ਕਹਿੰਦੇ ਹਾਂ? ਸਪੇਸ਼ੀਅਲ ਐਬਿਲਿਟੀ। ਦੂਸਰੀ ਸਾਡੇ ਕੋਲ ਆ ਜਾਂਦੀ ਹੈ ਪਰਸੈਪਚੁਅਲ। ਪਰਸੈਪਚੁਅਲ ਦੇ ਵਿੱਚ ਕੀ ਹੈ ਕਿ ਅਸੀਂ ਚੀਜ਼ਾਂ ਨੂੰ ਪਰਸੀਵ ਕਿਵੇਂ ਕਰਦੇ ਹਾਂ। ਮੈਂ ਤੁਹਾਡੀਆਂ ਅੱਖਾਂ ਦੇ ਉੱਪਰ ਪੱਟੀ ਬੰਨ੍ਹਦਾ, ਪੱਟੀ ਬੰਨ੍ਹ ਕੇ ਤੁਹਾਡੇ ਨੱਕ ਦੇ ਰਾਹੀਂ ਮੈਂ ਕੋਈ ਚੀਜ਼ ਸਮਝਾਉਣਾ ਤੇ ਮੈਂ ਕਹਿਣਾ ਕਿ ਦੱਸੋ ਕੀ ਚੀਜ਼ ਹੈ ਨਾ। ਤਾਂ ਤੁਹਾਡੀ ਕੀ ਹੈ, ਇੱਕ ਮਾਈਂਡ ਹੈ ਜਿਹੜਾ ਦੇਖੂਗਾ ਕਿ ਇਹ ਚੀਜ਼ ਮੈਂ ਪਹਿਲਾਂ ਕਿਤੇ ਸੁਣੀ ਹੋਈ ਹੈ, ਪਰ ਤੁਸੀਂ ਪਰਸੀਵ ਕਰੋਗੇ ਉਸ ਚੀਜ਼ ਨੂੰ ਹੈ ਨਾ। ਤਾਂ ਪਰਸੀਵ ਕਰਨ ਤੋਂ ਬਾਅਦ ਤੁਸੀਂ ਉਹਦੀ ਕੋਈ ਆਊਟਕਮ ਦਵੋਗੇ ਕਿ ਹਾਂ ਯਾਰ ਤੁਸੀਂ ਰਿਜ਼ਲਟ ਦਵੋਗੇ ਜਾਂ ਰਿਐਕਟ ਕਰੋਗੇ ਕਿ ਇਹ ਚੀਜ਼ ਹੈ। ਤਾਂ ਤੁਹਾਡੀ ਪਰਸੀਵ ਐਬਿਲਿਟੀ ਕਿੰਨੀ ਤੇਜ਼ ਹੈ, ਤੁਸੀਂ ਕਿੰਨੀ ਜਲਦੀ ਸਾਹਮਣੇ ਆਉਣ ਵਾਲੀ ਸਿਚੁਏਸ਼ਨ ਨੂੰ ਭਾਂਪ ਲੈਂਦੇ ਹੋ, ਕਿੰਨੀ ਜਲਦੀ ਪ੍ਰੈਡਿਕਟ ਕਰ ਲੈਂਦੇ ਹੋ ਕਿ ਇਹ ਚੀਜ਼ ਦਾ ਰਿਜ਼ਲਟ ਹੈ ਜਿਹੜਾ ਉਹ ਕੀ ਹੋਊਗਾ। ਨੈਕਸਟ ਸਾਡੇ ਕੋਲ ਆ ਜਾਂਦੀ ਹੈ ਨਿਊਮੈਰਿਕ ਐਬਿਲਿਟੀ। ਇਹਨੂੰ ਅਸੀਂ ਜੋੜ ਸਕਦੇ ਹਾਂ ਡਾਇਰੈਕਟਲੀ ਜਿਹੜੇ ਸਾਡੇ ਮੈਥੇਮੈਟੀਸ਼ੀਅਨ ਨੇ ਭਾਰਤ ਦੇ ਬਹੁਤ ਤਕੜੇ, ਸ੍ਰੀ ਰਾਮਾਨੁਜਨ ਜੀ। ਤਾਂ ਰਾਮਾਨੁਜਨ ਸੀਗੇ ਜਿਹੜੇ, ਉਹਨਾਂ ਦਾ ਇੱਕੋ ਇੱਕ ਵਿਸ਼ਾ ਸੀਗਾ ਇਕੱਲਾ ਮੈਥ। ਉਹ ਸਕੂਲ ਦੇ ਵਿੱਚੋਂ ਸਾਰੇ ਸਬਜੈਕਟਸ ਦੇ ਵਿੱਚੋਂ ਫੇਲ ਹੋ ਜਾਂਦੇ ਸੀ, ਪਰ ਇਕੱਲੇ ਮੈਥ ਦੇ ਵਿੱਚ ਉਹਨਾਂ ਦੇ 100 ਆਊਟ ਆਫ 100 ਮਾਰਕਸ ਹੁੰਦੇ ਸੀ। ਤਾਂ ਉਹਨਾਂ ਦਾ ਜਿਹੜਾ ਮਾਈਂਡ ਸੀ, ਉਹਨਾਂ ਕੋਲ ਕਿਹੜੀ ਐਬਿਲਿਟੀ ਵੱਧ ਸੀਗੀ? ਨਿਊਮੈਰੀਕਲ ਐਬਿਲਿਟੀ। ਉਹ ਬੰਦਾ ਜਿਹਨੇ ਸਕੂਲ ਦੀ ਐਜੂਕੇਸ਼ਨ ਨਹੀਂ ਲਈ ਤਾਂ ਉਹ ਲੰਡਨ ਜਾ ਕੇ ਯੂਨੀਵਰਸਿਟੀ ਤੋਂ PhD ਡਿਗਰੀ ਲੈ ਕੇ ਆਉਂਦਾ, ਕਾਹਦੇ ਵਿੱਚ? ਮੈਥ ਦੇ ਵਿੱਚ। ਉਹ ਹਾਰਡੀ ਕੋਲ ਜਾਂਦਾ, ਉਹਨਾਂ ਕੋਲ ਆਪਣੀ ਥੀਸਿਸ ਸਬਮਿਟ ਕਰਵਾਉਂਦਾ, ਤਾਂ ਉਹ ਬੰਦਾ ਵੀ ਹੈਰਾਨ ਹੁੰਦਾ ਕਿ ਯਾਰ ਕੋਈ ਬੰਦਾ ਇੰਨਾ ਐਡਵਾਂਸ ਮੈਥ ਦੇ ਵਿੱਚ ਕਿਵੇਂ ਹੋ ਸਕਦਾ ਜਿਹਨੇ ਸਕੂਲਿੰਗ ਵੀ ਨਹੀਂ ਕੀਤੀ ਹੈ ਨਾ।
ਤਾਂ ਉਹਨੂੰ ਪੁੱਛਦਾ ਕਿ ਇਹ ਤੇਰੇ ਕੋਲ ਗੱਲਾਂ ਕਿੱਥੋਂ ਆਉਂਦੀਆਂ ਨੇ, ਵੀ ਕਿੱਥੋਂ ਇਹ ਜਿਹੀਆਂ ਚੀਜ਼ਾਂ ਸੋਚਦਾ, ਤਾਂ ਉਹਨੂੰ ਵੀ ਨਹੀਂ ਪਤਾ ਹੁੰਦਾ। ਉਹ ਕਹਿੰਦਾ ਮੇਰੇ ਮਨ ਦੇ ਵਿੱਚ ਆਈ ਜਾਂਦੀਆਂ ਨੇ, ਹੈ ਨਾ, ਕਿ ਮੈਂ ਲਿਖੀ ਜਾਂਦਾ। ਤਾਂ ਲਾਸਟ ਤੇ ਫਿਰ ਜਿਹੜਾ ਹਾਰਡ ਡੇ ਹੁੰਦਾ, ਜਦੋਂ ਉਹਨੇ PhD ਡਿਗਰੀ ਲੈਣੀ ਹੁੰਦੀ ਹੈ, ਤਾਂ ਉਹਨੂੰ ਕਹਿੰਦਾ ਕਿ ਜੇਕਰ ਤੂੰ ਇਹਨਾਂ ਸਾਰੀਆਂ ਚੀਜ਼ਾਂ ਨੂੰ ਪ੍ਰੂਵ ਕਰਕੇ ਦੱਸੇਗਾ, ਇੱਕ ਤੂੰ ਸਟੇਟਮੈਂਟ ਦੇਤੀ, ਜਿੰਨਾ ਚਿਰ ਇਹਨੂੰ ਪ੍ਰੂਵ ਨਹੀਂ ਕਰ ਸਕਦਾ ਤਾਂ ਸਟੇਟਮੈਂਟ ਦਾ ਮੁੱਲ ਨਹੀਂ। ਸਟੇਟਮੈਂਟ ਵੈਰੀਫਾਈ ਉਦੋਂ ਹੋਊਗੀ ਜੇਕਰ ਤੂੰ ਇਹਨੂੰ ਪ੍ਰੂਵ ਕਰਕੇ ਦਿਖਾਏਗਾ। ਤਾਂ ਲਾਸਟ ਤੇ ਫਿਰ ਉਹ ਸਾਰੀਆਂ ਚੀਜ਼ਾਂ ਨੂੰ ਪ੍ਰੂਵ ਕਰਕੇ ਉਹਨੂੰ ਦੇ ਕੇ ਆਉਂਦਾ, ਤੇ ਉਸ ਤੋਂ ਬਾਅਦ ਉਹਨੂੰ ਡਿਗਰੀ ਹੈ ਜਿਹੜੀ ਉਹ ਦਿੱਤੀ ਜਾਂਦੀ ਹੈ। ਪਰ ਉਹਦੀ ਐਬਿਲਿਟੀ ਕਾਹਦੇ ਵਿੱਚ ਹੈ? ਇਕੱਲੀ ਨੂਮੈਰਿਕਲ, ਇਕੱਲੇ ਕੈਲਕੂਲੇਸ਼ਨ ਹੀ ਕਰ ਸਕਦਾ, ਹੋਰ ਕਾਸੇ ਦੇ ਵਿੱਚ ਨਹੀਂ। ਤਾਂ ਇਹ ਕੀ ਹੈ? ਇਹ ਵੀ ਕਿਸੇ 'ਚ ਐਬਿਲਿਟੀ ਹੈ ਜਿਹੜੀ ਹੋ ਸਕਦੀ ਹੈ। ਵਰਬਲ ਐਬਿਲਿਟੀ ਆਉਂਦੀ ਹੈ ਨੈਕਸਟ। ਵਰਬਲ ਐਬਿਲਿਟੀ ਕੀ ਹੈ ਕਿ ਅਸੀਂ ਜਦੋਂ ਮੈਂ ਬੋਲ ਰਿਹਾ ਤਾਂ ਜਿਹੜੇ ਸੁਣਨ ਵਾਲੇ ਨੇ ਕਿਸੇ ਚੀਜ਼ ਨੂੰ ਕਿੰਨੀ ਜਲਦੀ ਸਮਝ ਰਹੇ ਨੇ, ਹੈ ਨਾ। ਕੰਟੈਕਸਟ ਹੈ ਜਿਹੜੀ ਚੀਜ਼ ਮੈਂ ਦੱਸਣਾ ਚਾਹ ਰਿਹਾ, ਤੁਸੀਂ ਉਹ ਚੀਜ਼ ਨੂੰ ਕਿੰਨੀ ਜਲਦੀ ਸਮਝ ਲੈਂਦੇ ਹੋ, ਇਸ ਚੀਜ਼ ਨੂੰ ਅਸੀਂ ਵਰਬਲ ਐਬਿਲਿਟੀ ਬੋਲਦੇ ਹਾਂ। ਨੈਕਸਟ ਸਾਡੇ ਕੋਲ ਆਉਂਦੀ ਹੈ ਵਰਡ ਫਲੂਐਂਸੀ। ਕਿੰਨੀ ਸਪੀਡ ਹੈ ਸਾਡੇ ਬੋਲਣ ਦੀ, ਜਾਂ ਕਿੰਨੀ ਸਪੀਡ ਦੇ ਨਾਲ ਅਸੀਂ ਅੱਖਰ ਨੇ ਜਿਹੜੇ ਉਹ ਪੜ੍ਹ ਲੈਂਦੇ ਹਾਂ, ਕਿੰਨੀ ਸਪੀਡ ਦੇ ਨਾਲ ਅਸੀਂ ਲਿਖ ਲੈਂਦੇ ਹਾਂ। ਵਰਡਸ ਦੀ ਫਲੂਐਂਸੀ ਕੀ ਹੈ? ਮੈਮਰੀ। ਹੁਣ ਆਪਾਂ ਨੇ ਪਹਿਲਾਂ ਵੀ ਗੱਲ ਕੀਤੀ ਸੀ ਕਿ ਜਿਵੇਂ ਇੰਡੀਆ ਦੀ ਐਜੂਕੇਸ਼ਨ ਹੈ ਜਿਹੜੀ ਸਾਰੀ ਕਾਹਦੀ ਖੜੀ ਹੈ? ਮੈਮਰੀ ਤੇ ਖੜੀ ਹੈ। ਜਿਹਦੀ ਮੈਮਰੀ ਫਾਸਟ ਹੈਗੀ ਹੈ, ਜਿਹਦੀ ਮੈਮਰੀ ਤੇਜ਼ ਹੈਗੀ ਹੈ ਨਾ, ਜਿਹਦੀ ਮੈਮਰੀ ਦੇ ਵਿੱਚ ਜ਼ਿਆਦਾ ਚੀਜ਼ਾਂ ਸਟੋਰ ਕਰਕੇ ਉਹਨਾਂ ਨੂੰ ਜਲਦੀ ਰਿਵਾਈਵ ਕਰ ਸਕਦਾ, ਤਾਂ ਉਹ ਬੰਦਾ ਟੈਸਟ ਕਲੀਅਰ ਕਰ ਦਿੰਦਾ। ਆਪਣੇ ਕੋਲ ਇੰਨੀਆਂ ਥਿਊਰੀਆਂ ਲਿਖੀਆਂ ਪਈਆਂ ਨੇ। ਥਿਊਰੀ ਦੇ ਵਿੱਚ ਪਹਿਲਾਂ ਸਾਨੂੰ ਥਿਊਰੀ ਦਾ ਇਹ ਯਾਦ ਰੱਖਣਾ ਪਊਗਾ ਕਿ ਦਿੱਤੇ ਕਿਸ ਬੰਦੇ ਨੇ, ਫਿਰ ਇਹ ਯਾਦ ਰੱਖਣਾ ਪਊਗਾ ਕਿ ਉਸ ਦੇ ਵਿੱਚ ਕੰਪੋਨੈਂਟ ਕਿਹੜੇ ਕਿਹੜੇ ਨੇ। ਹੁਣ ਇਹ ਸਾਰਾ ਕੁਝ ਕਰਨ ਵਾਸਤੇ, ਯਾਦ ਕਰਨ ਵਾਸਤੇ ਸਾਨੂੰ ਕੀ ਚਾਹੀਦਾ? ਮੈਮਰੀ ਚਾਹੀਦੀ ਹੈ ਨਾ। ਤਾਂ ਕਿਸੇ ਬੰਦੇ ਦੀ ਮੈਮਰੀ ਵੈਸੇ ਹੀ ਬਹੁਤ ਤੇਜ਼ ਹੁੰਦੀ ਹੈ, ਤਾਂ ਉਹਨੂੰ ਚੀਜ਼ਾਂ ਨੇ ਜਿਹੜੀਆਂ ਕਿਸੇ ਬੰਦੇ ਨੂੰ ਬਹੁਤ ਜ਼ਿਆਦਾ ਯਾਦ ਰਹਿੰਦੀਆਂ ਨੇ। ਰੀਜ਼ਨ ਨੈਕਸਟ ਸਾਡੇ ਕੋਲ ਆ ਜਾਂਦਾ ਕਿ ਕਈ ਬੰਦੇ ਨੇ ਜਿਹੜੇ ਤਰਕ ਕਰਨ ਦੀ ਐਬਿਲਿਟੀ ਬਹੁਤ ਜ਼ਿਆਦਾ ਫਾਸਟ ਹੁੰਦੀ ਹੈ, ਉਹ ਕਿਸੇ ਵੀ ਚੀਜ਼ ਦੇ ਉੱਪਰ ਤੁਹਾਨੂੰ ਬਹੁਤ ਜਲਦੀ ਤਰਕ ਕਰਕੇ ਦੇ ਸਕਦੇ ਨੇ। ਤਾਂ ਇਹਨਾਂ ਨੇ ਆਪਾਂ ਪਹਿਲਾਂ ਗੱਲ ਕਰਨੀ ਕਿ ਕ੍ਰਿਟੀਸਾਈਜ਼ ਕਿਹਨੂੰ ਕੀਤਾ? ਇਸ ਨੂੰ ਕ੍ਰਿਟੀਸਾਈਜ਼ ਕੀਤਾ ਕਿ ਇਹ ਹੁੰਦਾ ਕਿ ਇੱਕ ਜਨਰਲ ਐਬਿਲਿਟੀ ਹੈ ਤੇ ਇੱਕ ਸਪੈਸ਼ਲ ਐਬਿਲਿਟੀਜ਼ ਨੇ ਜਿਹੜੀਆਂ ਉਹ ਡਿਫਰੈਂਟ ਤਰ੍ਹਾਂ ਦੀਆਂ ਪਾਈਆਂ ਹੁੰਦੀਆਂ। ਇਸ ਤੋਂ ਬਾਅਦ ਸਾਡੇ ਕੋਲ ਆਉਂਦਾ ਰੇਮੰਡ ਕੈਟਲ, ਇਹਨੂੰ ਆਰ ਕੈਟਲ ਵੀ ਬੋਲਦੇ ਨੇ। ਇਹ ਅਸੀਂ ਪਰਸਨੈਲਿਟੀ ਦੇ ਵਿੱਚ ਵੀ ਪੜਾਂਗੇ। ਇਹਨਾਂ ਨੇ ਟ੍ਰੇਡ ਦੀ ਗੱਲ ਕੀਤੀ ਸੀਗੀ, 16 ਪਰਸਨੈਲਿਟੀ ਫੈਕਟਰ ਸੀ ਪਹਿਲਾਂ ਮੈਡੀਕਲ ਐਜੂਕੇਸ਼ਨ ਦੇ ਵਿੱਚ। ਇਹਨਾਂ ਦੀ ਇੱਕ ਥਿਊਰੀ ਪੜ੍ਹੀ ਹੈ ਜਿਹੜੀ ਪਰਸਨੈਲਿਟੀ ਦੇ ਨਾਲ ਡੀਲ ਕਰਦੀ ਹੈ। ਤਾਂ ਇਹਨਾਂ ਨੇ ਇੰਟੈਲੀਜੈਂਸੀ ਦੀ ਥਿਊਰੀ ਵੀ ਦਿੱਤੀ ਹੈ। ਤਾਂ ਇੰਟੈਲੀਜੈਂਸੀ ਨੂੰ ਇਹਨਾਂ ਨੇ ਬੇਸਿਕਲੀ ਦੋ ਭਾਗਾਂ ਦੇ ਵਿੱਚ ਵੰਡਿਆ। ਇਹ ਕਹਿੰਦੇ ਇੱਕ ਇੰਟੈਲੀਜੈਂਸੀ ਫਲੂਇਡ ਹੁੰਦੀ ਹੈ, ਤਰਲ ਹੁੰਦੀ ਹੈ, ਤੇ ਦੂਸਰੀ ਕੀ ਹੁੰਦੀ ਹੈ? ਠੋਸ ਹੁੰਦੀ ਹੈ, ਜਿਹਦੇ ਵਾਸਤੇ ਇਹ ਅੰਗਰੇਜ਼ੀ ਦਾ ਸ਼ਬਦ ਯੂਜ਼ ਕਰਦੇ ਨੇ ਕ੍ਰਿਸਟਲ। ਤਾਂ ਜਿਹੜੀ ਇਹ ਕਹਿੰਦੇ ਤਰਲ ਹੈ ਸਾਡੀ, ਇਹ ਕਾਹਦੇ ਉੱਪਰ ਨਿਰਭਰ ਹੈ? ਹੈਰੀਡਿਟੀ ਦੇ ਉੱਪਰ, ਹੈ ਨਾ। ਇਹ ਸਾਨੂੰ ਇਨੇਟ ਐਬਿਲਿਟੀ ਹੈ, ਸਾਨੂੰ ਜਨਮ ਤੋਂ ਹੀ ਮਿਲਦੀ ਹੈ। ਪਰ ਜਿਹੜੀ ਠੋਸ ਹੈ ਸਾਡੀ, ਉਹ ਕੀ ਕੀਤੀ ਜਾ ਸਕਦੀ ਹੈ? ਲਰਨ ਕੀਤੀ ਜਾ ਸਕਦੀ ਹੈ। ਹੁਣ ਇਹਦਾ ਇੱਕ ਚੀਜ਼ ਇਹ ਹੈ ਕਿ ਇਹ ਨਹੀਂ ਹੈਗਾ ਕੁਝ ਕਿ ਸਾਡੇ ਬ੍ਰੇਨ ਦੇ ਵਿੱਚ ਕੋਈ ਤਰਲ ਜਾਂ ਹਾਰਡ ਚੀਜ਼ ਹੈ। ਜਸਟ ਕੀ ਹੈ ਕਿ ਆਪਾਂ ਪਹਿਲਾਂ ਹੀ ਗੱਲ ਕੀਤੀ ਹੈ, ਸਾਰੀਆਂ ਗੱਲਾਂ ਕੀ ਨੇ? ਇਹ ਅੰਦਾਜ਼ੇ ਹੀ ਹਰ ਇੱਕ ਚੀਜ਼ ਦਾ ਹਾਈਪੋਥੈਟੀਕਲ ਹੈ। ਐਵੇਂ ਦਾ ਵੀ ਇਹ ਨਹੀਂ ਹੈਗਾ ਕਿ ਸਾਡੇ ਬ੍ਰੇਨ ਦੇ ਵਿੱਚ ਇੱਕ ਖਾਨੇ ਦੇ ਉੱਪਰ ਲਿਖਿਆ ਹੋਊਗਾ ਜੀ ਕਿ ਸਾਡੀ ਇਹ ਨੂਮੈਰੀਕਲ ਐਬਿਲਿਟੀ ਦਾ ਖਾਨਾ ਇਹ ਦਾ, ਹੈ ਨਾ। ਤਾਂ ਜਸਟ ਕੀ ਹੈ? ਹਾਈਪੋਥੈਟੀਕਲ, ਜਾਂ ਜਿੰਨੇ ਕਿ ਸਾਨੂੰ ਅੱਜ ਤੱਕ ਐਵੀਡੈਂਸ ਪ੍ਰਾਪਤ ਹੋਏ ਨੇ ਉਹਨਾਂ ਦੇ ਉੱਪਰ ਆਧਾਰਿਤ ਗੱਲਾਂ ਨੇ ਸਾਰੀਆਂ। ਤਾਂ ਉਸ ਤੋਂ ਬਾਅਦ ਇਹਨੂੰ ਹੈਰੀਡਿਟੀਕਲ ਕਿਹਾ ਗਿਆ, ਇਹਨੂੰ ਕਿਹਾ ਗਿਆ ਕਿ ਲਰਨ ਕੀਤੀ ਜਾ ਸਕਦੀ ਹੈ। ਦੂਜਾ, ਜਿਹੜੀ ਤੁਹਾਡੀ ਤਰਲ ਹੈ ਇਹ ਕੀ ਹੈ? ਡਾਈਵਰਜੈਂਟ ਹੈ। ਡਾਈਵਰਜੈਂਟ ਮੀਨਸ ਇਹਨੂੰ ਜੋੜਿਆ ਜਾਂਦਾ ਹੈ ਕ੍ਰੀਏਟੀਵਿਟੀ ਦੇ ਨਾਲ ਤੇ ਕਲਪਨਾ ਦੇ ਨਾਲ। ਇੱਥੇ ਵੀ ਹਾਲੀਵੁੱਡ ਮੂਵੀ ਬਣੀ ਹੋਈ ਹੈ ਡਾਈਵਰਜੈਂਟ। ਉਹਦੇ 'ਚ ਤੁਹਾਨੂੰ ਉਹ ਔਖੇ ਟਾਸਕ ਦਿੰਦੇ ਨੇ ਤੇ ਤੁਸੀਂ ਉਹਦੇ 'ਚੋਂ ਬਚਣ ਦੇ ਵੱਖਰੇ ਤਰੀਕੇ ਲੱਭਣੇ ਹੁੰਦੇ ਨੇ। ਇਹਦਾ ਮਤਲਬ ਕੀ ਹੈ ਕਿ ਜਦੋਂ ਤੁਸੀਂ ਇੱਕ ਮੁਸ਼ਕਲ ਦੇ ਬਹੁਤ ਸਾਰੇ ਹੱਲ ਲੱਭ ਸਕਦੇ ਹੋ, ਉਹਨੂੰ ਬੋਲਿਆ ਜਾਂਦਾ ਡਾਈਵਰਜੈਂਟ। ਤੇ ਜਿਹੜੀ ਠੋਸ ਹੈ ਉਹ ਕੀ ਹੁੰਦੀ ਹੈ? ਕਨਵਰਜੈਂਟ। ਕਨਵਰਜੈਂਟ ਜਦੋਂ ਤੁਸੀਂ ਲੌਜਿਕ ਨਾਲ ਸੋਚਦੇ ਹੋ, ਜਦੋਂ ਤੁਹਾਡੇ ਕੋਲੇ ਤਰਕੀ ਹੈ, ਇਕੱਲਾ ਤਰਕ ਦੇ ਨਾਲ ਸੋਚਦੇ ਹੋ, ਤੇ ਤੁਸੀਂ ਵੱਖੋ ਵੱਖਰੇ ਜਿਹੜੇ ਪ੍ਰੋਬਲਮਸ ਨੇ ਉਹਨਾਂ ਦਾ ਸਿੰਗਲ ਹੱਲ ਕੱਢਦੇ ਹੋ। ਜਦੋਂ ਤੁਹਾਡੇ ਕੋਲੇ ਹੱਲ ਹੈ ਜਿਹੜਾ ਉਹ ਸਿੰਗਲ ਹੀ ਹੈ, ਤਾਂ ਉਹਨੂੰ ਅਸੀਂ ਕੀ ਕਹਿੰਦੇ ਹਾਂ? ਕਨਵਰਜੈਂਟ। ਪਰ ਇੱਥੇ ਡਾਈਵਰਜੈਂਟ ਦੇ ਵਿੱਚ ਕੀ ਹੈ? ਤੁਸੀਂ ਇੱਕ ਪ੍ਰੋਬਲਮ ਦੇ ਲਈ ਬਹੁਤ ਸਾਰੇ ਹੱਲ ਲੱਭ ਲੈਂਦੇ ਹੋ। ਉਸ ਤੋਂ ਬਾਅਦ ਤਰਲ ਬਾਰੇ ਕਿਹਾ ਜਾਂਦਾ ਕਿ ਜਦੋਂ 20 ਸਾਲ ਦੀ ਸਾਡੀ ਉਮਰ ਹੋ ਜਾਂਦੀ ਹੈ, ਉਸ ਤੋਂ ਬਾਅਦ ਇਹ ਘਟਣੀ ਸ਼ੁਰੂ ਹੋ ਜਾਂਦੀ ਹੈ। ਪਰ ਜਿਹੜੀ ਠੋਸ ਹੈ ਇਹਨੂੰ ਅਸੀਂ ਇਨਕਰੀਜ਼ ਕਰ ਸਕਦੇ ਹਾਂ ਵੱਖੋ ਵੱਖਰੀਆਂ ਐਕਟੀਵਿਟੀਆਂ ਕਰਕੇ। ਤਾਂ ਇਹ ਬਿਲਕੁਲ ਡਿਫਰੈਂਟ ਦੀ ਥਿਊਰੀ ਹੈ ਸਾਰਿਆਂ ਤੋਂ, ਜਿਹਦੇ 'ਚ ਗੱਲ ਕੀਤੀ ਗਈ ਹੈ ਕਿ ਸਾਡੀ ਬੁੱਧੀ ਹੈ ਜਿਹੜੀ ਉਹ ਇੱਕ ਠੋਸ ਹੁੰਦੀ ਹੈ, ਇੱਕ ਤਰਲ ਹੁੰਦੀ ਹੈ। ਤਰਲ ਬੁੱਧੀ ਹੈ ਜਿਹੜੀ ਉਹ ਸਾਡੀ ਇਨੇਟ ਹੈ, ਜਨਮ ਤੋਂ ਸਾਡੀ ਹੈਰੀਡਿਟੀ ਤੋਂ ਮਿਲਦੀ ਹੈ, ਤੇ ਇਹ ਜਿਵੇਂ ਹੈਗੀ ਹੈ ਉਨੀ ਰਹੂਗੀ। ਪਰ ਜਿਹੜੀ ਦੂਸਰੇ ਪਾਸੇ ਸਾਡੀ ਠੋਸ ਹੈ, ਠੋਸ ਐਬਿਲਿਟੀ ਸਾਡੀ ਕੀ ਹੈ? ਲਰਨ ਕੀਤੀ ਜਾ ਸਕਦੀ ਹੈ, ਅਸੀਂ ਉਹਨੂੰ ਵਧਾ ਸਕਦੇ ਹਾਂ, ਇਨਕਰੀਜ਼ ਕਰ ਸਕਦੇ ਹਾਂ। ਇਹ ਹੈ ਜਿਹੜੀ ਡਾਈਵਰਜੈਂਟ, ਜਾਣੀ ਕਿ ਇਹ ਕ੍ਰੀਏਟੀਵਿਟੀ ਦੇ ਨਾਲ ਜੁੜੀ ਹੋਈ ਹੈ। ਇਹ ਬੰਦੇ ਕੀ ਹੋਣਗੇ? ਬਹੁਤ ਜ਼ਿਆਦਾ ਕ੍ਰੀਏਟਿਵ, ਨਵੀਆਂ ਚੀਜ਼ਾਂ ਕਰਨ ਦੇ, ਜਾਂ ਕੋਈ ਇੱਕ ਕੰਮ ਉਹ ਜਿਹੜਾ ਅਸੀਂ ਇੱਕ ਆਮ ਤਰੀਕੇ ਨਾਲ ਸੋਚ ਸਕਦੇ ਹਾਂ, ਉਹ ਵੱਖਰੇ ਤਰੀਕੇ ਨਾਲ ਸੋਚ ਸਕਦੇ ਨੇ ਉਸੇ ਕੰਮ ਨੂੰ। ਤਾਂ ਇਹਨੂੰ ਅਸੀਂ ਡਾਈਵਰਜੈਂਟ ਬੋਲਦੇ ਹਾਂ, ਤੇ ਦੂਸਰੇ ਹੈਗੇ ਨੇ ਕਨਵਰਜੈਂਟ।
ਇਸ ਤੋਂ ਬਾਅਦ ਸਾਡੇ ਕੋਲ ਆਉਂਦੀ ਹੈ ਮਲਟੀਪਲ ਇੰਟੈਲੀਜੈਂਸੀ ਦੀ ਥਿਊਰੀ ਆਉਂਦੀ ਹੈ। ਮਲਟੀਪਲ ਇੰਟੈਲੀਜੈਂਸੀ ਥਿਊਰੀ ਹੈ ਜਿਹੜੀ ਇਹ ਦਿੱਤੀ ਆ ਹਾਰਵਰਡ ਗਾਰਟਨਰ ਨੇ, ਇਹ ਦਿੱਤੀ ਸੀ 1983 ਦੇ ਵਿੱਚ। ਤਾਂ ਇਹਨਾਂ ਨੇ ਇੱਕ ਬੁੱਕ ਲਿਖੀ ਸੀ ਫਰੇਮਸ ਆਫ ਮਾਈਂਡ। ਫਰੇਮਸ ਆਫ ਮਾਈਂਡ ਦੇ ਵਿੱਚ ਇਹਨਾਂ ਨੇ ਗੱਲ ਕੀਤੀ ਸੀ ਕਿ ਕਾਹਦੇ ਬਾਰੇ, ਮਲਟੀਪਲ ਇੰਟੈਲੀਜੈਂਸੀ ਦੇ ਬਾਰੇ। ਹੁਣ ਗੱਲਾਂ ਸਾਰੀਆਂ ਘੁੰਮ ਫਿਰ ਕੇ ਉਹੀ ਆਉਣਗੀਆਂ ਜਿਵੇਂ ਆਪਾਂ ਪਹਿਲਾਂ ਗੱਲ ਕਰਦੇ ਸੀਗੇ ਚਾਈਲਡ ਡਿਵੈਲਪਮੈਂਟ ਦੇ ਪੀਰੀਅਡਸ ਦੀ। ਗੱਲਾਂ ਸਾਰੀਆਂ ਘੁੰਮ ਫਿਰ ਕੇ ਨਹੀਂ, ਕਿਸੇ ਨੇ ਉਹ ਗੱਲ ਕਿਸੇ ਤਰੀਕੇ ਨਾਲ ਕਹੀ, ਕਿਸੇ ਨੇ ਉਹ ਗੱਲ ਕਿਸੇ ਤਰੀਕੇ ਨਾਲ ਕੀਤੀ। ਤਾਂ ਜਿਵੇਂ ਇਹਨਾਂ ਨੇ 7 ਦਿੱਤੇ ਸੀਗੇ ਤਾਂ ਜਿਹੜਾ ਗਾਰਟਨਰ ਸੀ ਉਹਨੇ ਕਿੰਨੀਆਂ ਦੇ ਦਿੱਤੀਆਂ, 8 ਦੇ ਦਿੱਤੀਆਂ। ਬਾਅਦ ਦੇ ਵਿੱਚ ਉਹਦੇ ਕੁਝ ਫੈਕਟਰ ਹੋਰ ਐਡ ਕੀਤੇ ਗਏ। ਬੇਸਿਕਲੀ ਜਿਹੜੇ ਇਹਨਾਂ ਨੇ ਸਾਨੂੰ ਫੈਕਟਰ ਦਿੱਤੇ ਸੀਗੇ ਉਹ ਕਿੰਨੇ ਦਿੱਤੇ, 8। ਤਾਂ ਇਹਨੂੰ ਬੋਲਿਆ ਜਾਂਦਾ ਮਲਟੀਪਲ ਇੰਟੈਲੀਜੈਂਸ ਥਿਊਰੀ। ਤਾਂ ਪਹਿਲੀ ਇਹ ਚੀਜ਼ ਕੀ ਦਿੰਦੇ ਨੇ, ਵਰਬਲ ਜਾਂ ਲਿੰਗੁਇਸਟਿਕ, ਹਨਾ, ਕਿ ਜਿਹੜੀ ਚੀਜ਼ ਤੁਸੀਂ ਬੋਲ ਕੇ ਜਾਂ ਲਿਖਣ ਦੇ ਵਿੱਚ ਜਿਹੜੀ ਕਲਾ ਦੇ ਵਿੱਚ ਮਾਹਰ ਹੋ ਤੁਸੀਂ। ਬੇਸਿਕਲੀ ਇਹ ਯੂਜ਼ ਕੌਣ ਕਰਦਾ, ਜਿਹੜੇ ਰਾਈਟਰਸ ਨੇ, ਹਨਾ, ਜਿਹੜੇ ਲੋਕ ਲਿਖਦੇ ਨੇ, ਲੇਖਕ ਨੇ, ਕੋਈ ਕਵਿਤਾ ਲਿਖ ਰਿਹਾ, ਕੋਈ ਬੰਦਾ ਜਿਹੜਾ ਉਹ ਆਪਣਾ ਨਾਵਲ ਲਿਖ ਰਿਹਾ, ਕੋਈ ਕਹਾਣੀਆਂ ਲਿਖ ਰਿਹਾ, ਤਾਂ ਉਹ ਬੰਦੇ ਇਸ ਐਬਿਲਿਟੀ ਦਾ ਯੂਜ਼ ਕਰਦੇ ਨੇ ਜਿਹੜੀ ਕਿ ਵਰਬਲ ਲਿੰਗੁਇਸਟਿਕ ਐਬਿਲਿਟੀ ਹੈ। ਦੂਸਰੀ ਸਾਡੇ ਕੋਲ ਆਉਂਦੀ ਹੈ ਮਿਊਜ਼ੀਕਲ। ਇਹਦੀ ਪਹਿਲਾਂ ਵੀ ਗੱਲ ਕਰਕੇ ਗਏ ਕਿ ਜਿਹੜੇ ਬੰਦੇ ਮਿਊਜ਼ਿਕ ਦੇ ਵਿੱਚ ਐਕਸਪਰਟ ਨੇ, ਜਿਵੇਂ ਅਸੀਂ ਮਾਈਕਲ ਜੈਕਸਨ ਲਾ ਲਓ, ਤੁਸੀਂ ਨੁਸਰਤ ਫਤਿਹ ਅਲੀ ਖਾਨ ਲਾ ਲਓ, ਰਾਹਤ ਫਤਿਹ ਅਲੀ ਖਾਨ ਲਾ ਲਓ, ਰੇਸ਼ਮਾ ਲਾ ਲਓ, ਨਾ, ਤਾਂ ਇਹ ਲੋਕ ਜਿਹੜੇ ਮਿਊਜ਼ਿਕ ਦੇ ਵਿੱਚ ਬਹੁਤ ਐਕਸਪਰਟ ਨੇ। ਬੀਥੋਵਨ ਲਾ ਲਓ। ਲੌਜੀਕਲ ਮੈਥੇਮੈਟੀਕਲ, ਜਿਹੜੇ ਮੈਥੇਮੈਟਿਕਸ ਦੇ ਵਿੱਚ ਐਕਸਪਰਟ ਨੇ, ਜਿਵੇਂ ਅਸੀਂ ਪਹਿਲਾਂ ਰਾਮਾਨੁਜਨ ਦੀ ਗੱਲ ਕਰਕੇ ਗਏ ਹਾਂ। ਰਾਮਾਨੁਜਨ ਨਾਲ ਇੱਕ ਸੰਬੰਧਿਤ ਵੀ ਸਵਾਲ ਆਇਆ ਸੀ ਪਹਿਲਾਂ ਕਿ ਇੱਕ ਤਾਂ ਉਹਨਾਂ ਦੇ ਜਨਮ ਦਿਨ ਦੇ ਉੱਪਰ ਸਾਡਾ ਮੈਥ ਡੇ ਬਣਾਇਆ ਜਾਂਦਾ ਰਾਮਾਨੁਜਨ ਦੇ ਜਨਮ ਦਿਨ ਦੇ ਉੱਪਰ। ਦੂਸਰਾ ਉਹਨਾਂ ਦੀ ਜਿਹੜੀ ਜੀਵਨੀ ਲਿਖੀ ਸੀ ਮੈਨ ਹੂ ਨਿਊ ਇਨਫਿਨਿਟੀ, ਉਹਨਾਂ ਦੀ ਜ਼ਿੰਦਗੀ ਦੇ ਉੱਪਰ ਇੱਕ ਕਿਤਾਬ ਲਿਖੀ ਗਈ ਸੀ ਮੈਨ ਹੂ ਨਿਊ ਇਨਫਿਨਿਟੀ। ਇਹਦੇ ਉੱਪਰ ਇੱਕ ਮੂਵੀ ਵੀ ਬਣੀ ਹੋਈ ਹੈ। ਨੈਕਸਟ ਸਾਡੇ ਕੋਲ ਆਉਂਦਾ ਸਪੇਸ਼ੀਅਲ ਇੰਟੈਲੀਜੈਂਸ। ਸਪੇਸ਼ੀਅਲ ਇੰਟੈਲੀਜੈਂਸ ਦੀ ਪਹਿਲਾਂ ਅਸੀਂ ਗੱਲ ਕਰਕੇ ਕਿ ਜਦੋਂ ਤੁਹਾਨੂੰ ਸਪੇਸ ਦੇ ਬਾਰੇ ਜਾਣਕਾਰੀ ਹੋਵੇ, ਆਲੇ ਦੁਆਲੇ ਦਾ ਸਥਾਨ ਹੈ ਜਿਹੜਾ ਉਹਦੇ ਬਾਰੇ ਜਾਣਕਾਰੀ ਹੋਵੇ। ਜਿਵੇਂ ਇੱਕ ਉਹਦੇ 'ਚ ਇੱਕ ਇੰਗਲਿਸ਼ ਦੇ ਵਿੱਚ ਹੋਰ ਕਿਤਾਬ ਲਿਖੀ ਹੋਈ ਹੈ ਕਿ ਵਾਈ ਮੈਨ ਡੋਂਟ ਲਿਸਨ ਐਂਡ ਵਾਈ ਵੂਮਨ ਕਾਂਟ ਰੀਡ ਮੈਪਸ। ਇਹ ਬੰਦੇ ਨੇ ਜਿਹੜੇ ਆਦਮੀ ਨੇ ਉਹ ਸੁਣ ਕਿਉਂ ਨਹੀਂ ਸਕਦੇ, ਤੇ ਔਰਤਾਂ ਨੇ ਜਿਹੜੀਆਂ ਉਹ ਮੈਪ ਹੈ ਜਿਹੜਾ ਉਹ ਰੀਡ ਕਿਉਂ ਨਹੀਂ ਕਰ ਸਕਦੀਆਂ। ਤਾਂ ਜਾਣੀ ਕਿ ਉਹ ਕਾਹਦੀ ਗੱਲ ਕਰਦੇ ਆ, ਸਪੇਸ ਦੀ। ਉਹਦੇ ਵਿੱਚ ਬਹੁਤ ਸਾਰੇ ਫੈਕਟਰ ਦਿੱਤੇ ਹੋਏ ਨੇ ਕਿ ਔਰਤ ਤੇ ਜਿਹੜੀ ਇੱਕ ਮਰਦ ਹੈ ਉਹਨਾਂ ਦੇ ਵਿੱਚ ਬੇਸਿਕਲੀ ਬਾਇਓਲੋਜੀਕਲ ਡਿਫਰੈਂਸਿਸ ਕੀ ਨੇ, ਬਾਇਓਲੋਜੀਕਲੀ ਉਹਨਾਂ ਦੇ ਬ੍ਰੇਨ ਦੇ ਵਿੱਚ ਕਿਹੜੇ ਕਿਹੜੇ ਡਿਫਰੈਂਸਿਸ ਨੇ। ਤੇ ਉਹਦੀ ਜਿਹੜੀ ਪਹਿਲੀ ਲਾਈਨ ਹੈ ਉਹ ਇਹ ਹੈ ਕਿਤਾਬ ਦੀ ਕਿ ਬੰਦੇ ਸੁਣ ਕਿਉਂ ਨਹੀਂ ਸਕਦੇ, ਅਸੀਂ ਜਲਦੀ ਇਰੀਟੇਟ ਹੋ ਜਾਂਦੇ ਹਾਂ, ਸਾਡੇ ਪੇਸ਼ੈਂਸ ਮਰਦਾਂ ਦੇ ਵਿੱਚ ਬਹੁਤ ਘੱਟ ਹੁੰਦਾ, ਇੱਕ ਔਰਤ ਦੇ ਵਿੱਚ ਪੇਸ਼ੈਂਸ ਜ਼ਿਆਦਾ ਹੈ ਨਾ। ਤਾਂ ਉਹਦੇ ਬਾਰੇ ਕਿਤਾਬ ਗੱਲ ਕਰਦੀ ਹੈ। ਪਰ ਨਾਲ ਹੀ ਗੱਲ ਕਰਦੀ ਹੈ ਕਿ ਵਾਈ ਵੂਮਨ ਕਾਂਟ ਰੀਡ ਮੈਪਸ, ਕਿ ਕੁੜੀਆਂ ਨੇ ਜਿਹੜੀਆਂ ਉਹ ਮੈਪ ਨੇ ਜਿਹੜੇ ਉਹ ਰੀਡ ਕਿਉਂ ਨਹੀਂ ਕਰ ਸਕਦੀਆਂ। ਤਾਂ ਪਹਿਲਾਂ ਜਿਵੇਂ ਗੱਲ ਕਰਕੇ ਗਈ ਸੀ ਕਿ ਸਪੇਸ਼ੀਅਲ ਸਪੇਸ ਦੀ ਨੌਲੇਜ ਸਾਨੂੰ ਕਿੰਨੀ ਹੈ। ਅਗਲੀ ਸਾਡੀ ਆ ਗਈ ਬੋਡੀਲੀ ਕਾਈਨਾਸਥੈਟਿਕ। ਅਸੀਂ ਇਹਦੀ ਗੱਲ ਪਹਿਲਾਂ ਵੀ ਕੀਤੀ ਸੀ, ਇੱਕ ਜਿਹੜੀ ਸੈਂਸ ਆ ਸਾਡੀ ਕਾਈਨਾਸਥੈਟਿਕ ਸੈਂਸ ਸਾਡੇ 'ਚ ਪਾਈ ਜਾਂਦੀ ਹੈ। ਅਸੀਂ ਨੇ ਗੱਲ ਕੀਤੀ ਸੀਗੀ ਕਿ ਅਸੀਂ ਜਦੋਂ ਮੋਟਰਸਾਈਕਲ ਚਲਾ ਰਹੇ ਹੁੰਦੇ ਹਾਂ ਤਾਂ ਅਸੀਂ ਸੜਕ ਵੱਲ ਨਹੀਂ ਦੇਖਦੇ ਕਿ ਕਿੱਥੇ ਚੱਲ ਰਿਹਾ ਹੈ ਨਾ, ਅਸੀਂ ਟਾਇਰਾਂ ਦੇ ਹਰੇਕ ਪਲ ਨਿਗਾਹ ਨਹੀਂ ਰੱਖ ਰਹੇ ਤੁਸੀਂ ਕਿ ਕਿਹੜੇ ਕਾਰਨਰ ਦੇ ਉੱਪਰ ਸੜਕ ਦੇ ਉੱਪਰ ਚੱਲ ਰਿਹਾ ਹੈ। ਇੱਕ ਐਥਲੀਟ ਟਰੈਕ ਦੇ ਵਿੱਚ ਭੱਜ ਰਿਹਾ, ਉਹ ਟਰੈਕ ਦੇ ਭੱਜਣ ਵੇਲੇ ਲਾਈਨ ਦੇ ਉੱਪਰ ਧਿਆਨ ਰੱਖਦਾ ਕਿ ਲਾਈਨ ਕੱਟ ਤਾਂ ਨਹੀਂ ਹੋ ਰਹੀ, ਉਹ ਟਰੈਕ ਦੇ ਵਿੱਚ ਜਸਟ ਭੱਜਿਆ ਜਾਂਦਾ। ਤਾਂ ਇਟ ਮੀਨਸ ਕੋਈ ਨਾ ਕੋਈ ਸੈਂਸ ਹੈ ਜਿਹੜੀ ਉਹ ਕੰਮ ਸਾਡੇ ਅੰਦਰ ਕਰ ਰਹੀ ਹੈ। ਜਿਹੜੇ ਹਰਡਲ ਵਾਲੇ ਬੰਦੇ ਨੇ, ਹਰਡਲ ਵਾਲੇ ਬੰਦੇ ਅੱਖਾਂ ਦੇ ਉੱਪਰ ਪੱਟੇ ਬੰਨ੍ਹ ਕੇ ਵੀ ਹਰਡਲਾਂ ਕ੍ਰੋਸ ਕਰ ਜਾਂਦੇ ਨੇ। ਕਿਉਂਕਿ ਉਹਨਾਂ ਨੂੰ ਪਤਾ ਕਿ ਮੈਂ ਕਿੰਨੇ ਸਟੈਪ ਦੇ ਬਾਅਦ ਕੀ ਕਰਨਾ, ਜੰਪ ਲੈਣਾ। ਤੇ ਕੋਈ ਨਾ ਕੋਈ ਤਾਂ ਸਾਡੇ ਅੰਦਰ ਇਹੋ ਜਿਹੀ ਚੀਜ਼ ਹੈਗੀ ਹੈ ਜਿਹੜੀ ਸਾਨੂੰ ਸਪੇਸ ਦਾ ਗਿਆਨ ਕਰਵਾ ਰਹੀ ਹੈ ਕਿ ਅਸੀਂ ਨੇ ਐਕਟੀਵਿਟੀ ਹੈ ਜਿਹੜੀ ਕਿਹੜੇ ਹਿਸਾਬ ਦੇ ਨਾਲ ਕਰਨੀ ਹੈ। ਤਾਂ ਇਹਦੇ ਨਾਲ ਸੰਬੰਧਿਤ ਵੀ 2 ਕਿਤਾਬਾਂ ਨੇ। ਇੱਕ ਤਾਂ ਹੈਗੀ ਆ ਅ ਵੇ ਟੂ ਪੀਸਫੁਲ ਵਾਰੀਅਰ, ਇਹ 'ਤੇ ਇੱਕ ਫਿਲਮ ਵੀ ਬਣੀ ਸੀ, ਫਿਲਮ ਦਾ ਨਾਮ ਹੈਗਾ ਪੀਸਫੁਲ ਵਾਰੀਅਰ। ਡੈਨ ਮਿਲਕਮੈਨ ਦੀ ਸੀ, ਇਹ ਇੱਕ ਜਿਮਨਾਸਟ ਸੀਗਾ ਬੰਦਾ। ਇਹਦੇ ਮੰਨ ਲਓ ਐਕਸੀਡੈਂਟ ਦੇ ਵਿੱਚ ਪੂਰੀ ਦੀ ਪੂਰੀ ਲੱਤ ਟੁੱਟ ਜਾਂਦੀ ਹੈ ਤੇ ਇਹ ਪੂਰੀ ਲੱਤ ਟੁੱਟਣ ਤੋਂ ਬਾਅਦ ਉਹਦਾ ਆਪਰੇਟ ਕਰਾ ਕੇ ਸਿਰਫ 7 ਮਹੀਨੇ ਦੇ ਵਿੱਚ ਵਰਲਡ ਚੈਂਪੀਅਨ ਬਣ ਜਾਂਦਾ। 7 ਮਹੀਨੇ ਦੇ ਅੰਦਰ ਅੰਦਰ ਸਾਰੀ ਦੀ ਸਾਰੀ ਲੱਤ ਠੀਕ ਕਰਾ ਕੇ ਵਰਲਡ ਚੈਂਪੀਅਨ ਬਣਦਾ ਕਾਹਦੀ, ਜਿਮਨਾਸਟਿਕ ਦੇ ਵਿੱਚ, ਜਿਹਦੇ ਵਿੱਚ ਸਭ ਤੋਂ ਵੱਧ ਦੌੜ ਕਿਹਦੀ ਹੈ, ਕਾਈਨਾਸਥੈਟਿਕ ਸਾਇੰਸ ਦੀ। ਦੂਸਰਾ ਬੰਦਾ ਹੈਗਾ ਸੀਗਾ ਜੀ ਫਿਲਿਪ ਪੈਟਿਟ। ਫਿਲਿਪ ਪੈਟਿਟ ਇਹਦੇ ਤੇ ਵੀ ਇੱਕ ਕਿਤਾਬ ਲਿਖੀ ਹੋਈ ਹੈ ਦਾ ਵਾਕ ਔਨ ਕਲਾਉਡਸ, ਇਹ 'ਤੇ ਫਿਲਮ ਵੀ ਬਣੀ ਹੋਈ ਹੈ ਦਾ ਵਾਕ। ਤਾਂ ਉਹਦੇ ਵਿੱਚ ਇਹ ਬੰਦਾ ਕੀ ਕਰਦਾ, ਇਹ ਬੰਦਾ ਜਿਹੜੇ ਅਮਰੀਕਾ ਦੇ ਵਿੱਚ ਟਵਿਨ ਟਾਵਰਸ ਬਣ ਰਹੇ ਹੁੰਦੇ ਨੇ 1972 ਦੇ ਵਿੱਚ, ਉਹਨਾਂ ਦੇ ਉੱਪਰ ਤਾਰ ਬੰਨ੍ਹ ਕੇ ਬਿਨਾਂ ਕਿਸੇ ਸੇਫਟੀ ਤੋਂ ਉਹਦੇ ਉੱਪਰ ਚੱਲ ਕੇ ਆਉਂਦਾ, ਬਿਨਾਂ ਕਿਸੇ ਨੂੰ ਇਨਫੋਰਮ ਕੀਤੇ ਚੋਰੀ ਉਹਦੇ ਉੱਪਰ ਤਾਰ ਬੰਨ੍ਹਦਾ ਤੇ ਉਹਦੇ ਉੱਪਰ ਤੁਰਦਾ। ਜਾਣੀ ਕਿ ਤੁਰਨ ਦੇ ਲਈ ਹੁਣ ਕੀ ਚਾਹੀਦੀ ਹੈ ਸਾਨੂੰ, ਇੱਕ ਤਾਰ ਦੇ ਉੱਪਰ, ਉਹ ਵੀ 400 ਮੀਟਰ ਬੱਦਲਾਂ ਦੇ ਉੱਪਰ ਉਹ ਬਿਲਡਿੰਗਾਂ ਦਿਖ ਰਹੀਆਂ ਹੁੰਦੀਆਂ ਨੇ। ਕਾਈਨਾਸਥੈਟਿਕ ਸੈਂਸ। ਤੇ ਕਾਈਨਾਸਥੈਟਿਕ ਸੈਂਸ ਕੀ ਹੈ ਕਿ ਤੁਹਾਨੂੰ ਆਪਣੀ ਬੋਡੀ ਦੀ ਮੂਵਮੈਂਟ ਦਾ ਕਿੰਨਾ ਕੁ ਗਿਆਨ ਹੈਗਾ।
ਇੰਟਰ ਇੰਟੈਲੀਜੈਂਸ ਕੀ ਹੈ ਕਿ ਤੁਸੀਂ ਜਿਵੇਂ ਅਸੀਂ ਇੰਟਰ ਸੋਸ਼ਲ ਦੀ ਗੱਲ ਕਰਦੇ ਆ ਨਾ ਕਿ ਦੂਸਰੇ ਬੰਦਿਆਂ ਦੇ ਨਾਲ ਜਦੋਂ ਤੁਸੀਂ ਡੀਲ ਕਰ ਰਹੇ ਹੋ ਉੱਥੇ ਕਿਸ ਤਰ੍ਹਾਂ ਦੀ ਇੰਟੈਲੀਜੈਂਸ ਵਰਤ ਰਹੇ ਹੋ। ਇੰਟਰਾ ਜਦੋਂ ਆਪਣੇ ਆਪ ਨਾਲ ਕਰ ਰਹੇ ਹੋ ਕਿਸ ਤਰ੍ਹਾਂ ਦੀ ਇੰਟੈਲੀਜੈਂਸ ਯੂਜ਼ ਕਰ ਰਹੇ ਹੋ। ਨੈਚੁਰਲਿਸਟਿਕ ਜਿਹੜੇ ਕੁਦਰਤ ਨੂੰ ਪਿਆਰ ਕਰਦੇ ਨੇ, ਜਿਵੇਂ ਕੋਈ ਕਿਸਾਨ ਨੇ ਉਹ ਖੇਤੀਬਾੜੀ ਕਰਦੇ ਨੇ ਇਹਨਾਂ ਦਾ ਬਾਗਬਾਨੀ ਜਿਹੜੇ ਬੰਦੇ ਕਰਦੇ ਨੇ ਤਾਂ ਉਹਨਾਂ ਨੂੰ ਕੀ ਆਖਿਆ ਜਾਂਦਾ ਕੁਦਰਤਵਾਦੀ, ਕਿ ਉਹਨਾਂ ਦੇ ਅੰਦਰ ਉਹ ਨੈਚੁਰਲ ਐਬਿਲਿਟੀ ਹੁੰਦੀ ਹੈ ਬਿਲਕੁਲ। ਬਾਅਦ ਦੇ ਵਿੱਚ ਇਹਦੇ ਵਿੱਚ ਇੱਕ ਫੈਕਟਰ ਸੀ ਜਿਹੜਾ ਐਡ ਕੀਤਾ ਗਿਆ, ਇਹਨੂੰ ਬੋਲਿਆ ਗਿਆ ਐਗਜ਼ਿਸਟੈਂਸ਼ੀਅਲ। ਇਹਦਾ ਮਤਲਬ ਹੈਗਾ ਸੀ ਕਿ ਜਦੋਂ ਬੰਦਾ ਆਪਣੀ ਹੋਂਦ ਬਾਰੇ ਜਾਣਨਾ ਸ਼ੁਰੂ ਕਰਦਾ, ਜਿਵੇਂ ਬੁੱਲੇ ਸ਼ਾਹ ਨੇ ਲਿਖਿਆ ਸੀ ਕਿ ਬੁੱਲਿਆ ਮੈਂ ਕੀ ਜਾਣਾ ਕੌਣ, ਤਾਂ ਉਹਦੇ ਬਾਰੇ ਕੀ ਗੱਲ ਕਰ ਰਿਹਾ, ਆਪਣੀ ਆਪ ਹੋਂਦ ਬਾਰੇ ਗੱਲ ਕਰ ਰਿਹਾ, ਆਪਣੇ ਆਪ ਨੂੰ ਪਛਾਣਨ ਦੇ ਬਾਰੇ ਗੱਲ ਕਰ ਰਿਹਾ, ਤਾਂ ਇਹ ਕਾਹਦੇ ਚਾਹੁੰਦਾ ਐਗਜ਼ਿਸਟੈਂਸ਼ੀਅਲ ਦੇ ਵਿੱਚ। ਤਾਂ ਇਹ 7ਵੀਂ ਥਿਊਰੀ ਸੀ ਜਿਹੜੀ ਇਹ ਕਿਹਨੇ ਦਿੱਤੀ ਸੀ, ਗਾਰਡਨਰ ਨੇ। ਇਹਨਾਂ ਨੇ ਬੇਸਿਕਲੀ 8 ਫੈਕਟਰਾਂ ਦੇ ਬਾਰੇ ਗੱਲ ਕੀਤੀ ਸੀ, ਜਾਣੀ ਕਿ 8 ਤਰ੍ਹਾਂ ਦੇ ਦੱਸੇ ਇਹਨਾਂ ਨੇ ਕਿ ਇਹ ਬੁੱਧੀ ਜਾਂ ਮੈਂਟਲ ਐਬਿਲਿਟੀ ਸਾਡੇ 'ਚ ਹੋ ਸਕਦੀਆਂ ਨੇ। ਨੈਕਸਟ ਥਿਊਰੀ ਸਾਡੇ ਕੋਲ ਆਉਂਦੀ ਹੈ ਜੀ ਜੇ ਪੌਲ ਗਿਲਫਰਡ ਦੀ, ਲਾਸਟ ਥਿਊਰੀ ਹੈ ਜੇ ਪੌਲ ਗਿਲਫਰਡ ਨੇ ਥਿਊਰੀ ਦਿੱਤੀ ਸੀ। ਇਹਨੂੰ ਬੋਲਿਆ ਉਹਨਾਂ ਨੇ 3 ਡਾਇਮੈਂਸ਼ਨਲ ਥਿਊਰੀ। 3D ਥਿਊਰੀ ਹੈ ਤਾਂ ਇਹ ਜਿਹੜੀ ਥੋੜੀ ਚਰਚਾ ਦੇ ਵਿੱਚ ਤਾਂ ਬਣਦੀ ਹੈ ਕਿਉਂਕਿ ਇਹਦੇ ਵਿੱਚ ਫੈਕਟਰਾਂ ਦੀ ਗਿਣਤੀ ਦੇਖੋ ਕਿੰਨੀ ਹੈ, 180। 3D ਸਾਰੇ ਪੱਖਾਂ ਦੀ ਗੱਲ ਕਰਦੀ ਹੈ, ਕੋਈ ਵੀ ਐਸਪੈਕਟ ਕਿਸੇ ਬੰਦੇ ਦਾ ਛੱਡਦੀ ਨਹੀਂ। ਪਰ ਇਹਨਾਂ ਨੇ ਬੇਸਿਕਲੀ ਜਿਹੜੀ ਗੱਲ ਕੀਤੀ ਹੈ ਕੰਟੈਂਟ ਲਏ ਨੇ, ਉਹ ਜਿਹੜੇ ਇਹਨਾਂ ਨੇ ਉਹ 3 ਫੈਕਟਰ ਲਏ ਨੇ, 3 ਲਏ ਨੇ। ਛੋਟਾ ਵਰਡ ਇਹਨਾਂ ਨੂੰ ਯਾਦ ਰੱਖਣ ਵਾਸਤੇ ਹੈ COP। ਮੂਰੇ ਇਹਨਾਂ ਦੇ ਮੈਂਟਲੀ ਆ, ਮੈਂਟਲ ਕੰਟੈਂਟ, ਮੈਂਟਲ ਆਪਰੇਸ਼ਨ ਦਾ ਇਹਨੂੰ ਇੰਟੈਲੈਕਚੁਅਲ ਵੀ ਬੋਲਿਆ ਜਾਂਦਾ, ਤੇ ਲਾਸਟ ਹੈਗਾ ਮੈਂਟਲ ਪ੍ਰੋਡਕਟ। ਹੁਣ ਕੰਟੈਂਟ ਮਤਲਬ ਤੁਹਾਡੀ ਜਿਹੜੀ ਵਿਸ਼ਾ ਵਸਤੂ ਹੈ ਉਹਦੇ ਬਾਰੇ ਤੁਹਾਡਾ ਗਿਆਨ ਕਿੰਨਾ ਕੁ ਹੈ ਨਾ, ਉਹਦੇ ਬਾਰੇ ਤੁਹਾਡੇ ਗਿਆਨ ਦੀ ਗੱਲ ਕੌਣ ਕਰ ਰਿਹਾ ਹੈ, ਮੈਂਟਲ ਕੰਟੈਂਟ ਕਰ ਰਿਹਾ ਹੈ। ਦੂਸਰਾ ਹੈਗਾ ਮੈਂਟਲ ਆਪਰੇਸ਼ਨ, ਤੁਸੀਂ ਐਕਟੀਵਿਟੀਜ਼ ਦੇ ਰਾਹੀਂ ਕਿੰਨੀ ਜਲਦੀ ਕੋਈ ਚੀਜ਼ ਸਿੱਖ ਰਹੇ ਹੋ, ਤਾਂ ਇਹ ਕਾਹਦੇ ਬਾਰੇ ਗੱਲ ਕਰ ਰਿਹਾ, ਮੈਂਟਲ ਆਪਰੇਸ਼ਨ ਦੇ ਬਾਰੇ। ਮੈਂਟਲ ਪ੍ਰੋਡਕਟ ਤਾਂ ਉਹ ਸਿੱਖਣ ਤੋਂ ਬਾਅਦ ਕੋਈ ਵੀ ਚੀਜ਼ ਲਰਨ ਕਰਨ ਤੋਂ ਬਾਅਦ ਉਹਦੇ 'ਚ ਬਦਲਾਅ ਕੀ ਆ ਰਿਹਾ, ਪ੍ਰੋਡਕਟ ਉਹਦਾ ਕੀ ਹੈ, ਇਹ ਦੀ ਗੱਲ ਕੌਣ ਕਰ ਰਿਹਾ, ਮੈਂਟਲ ਪ੍ਰੋਡਕਟ। ਤਾਂ ਇਹਨਾਂ ਨੇ ਮੈਂਟਲ ਜਿਹੜਾ ਕੰਟੈਂਟ ਹੈ ਇਹਦੇ 5 ਫੈਕਟਰ ਦਿੱਤੇ ਨੇ, ਇਹਦੇ 6 ਦਿੱਤੇ ਨੇ, ਇਹਦੇ ਵੀ 6 ਦਿੱਤੇ ਨੇ। ਇਹ ਉਹਨਾਂ ਨੂੰ ਕੀ ਕਰਤਾ, ਸਾਰਿਆਂ ਨੂੰ ਇੰਟਰ ਰਿਲੇਟ ਕਰਤਾ। ਤਾਂ ਹੀ ਜਦੋਂ 3 ਫੈਕਟਰ ਦੇ ਅਸੀਂ ਆਪਸ ਦੇ ਵਿੱਚ ਮਲਟੀਪਲੀਕੇਸ਼ਨ ਕਰਦੇ ਹਾਂ ਤਾਂ ਟੋਟਲ ਸਾਡੇ ਕੋਲ 180 ਫੈਕਟਰ ਨਿਕਲ ਕੇ ਆਉਂਦੇ। ਤਾਂ ਇਹ ਥਿਊਰੀ ਹੈ ਜਿਹੜੀ ਸਾਰਿਆਂ ਦੇ ਡਿਫਰੈਂਟ ਹੈ, ਹਰ ਕਿਸੇ ਨੇ ਥੋੜੇ ਫੈਕਟਰਾਂ ਦੀ ਗੱਲ ਕੀਤੀ ਹੋਈ ਸੀ। ਸਭ ਤੋਂ ਵੱਧ ਫੈਕਟਰ ਦੀ ਗੱਲ ਕੌਣ ਕਰ ਰਿਹਾ ਹੈ, ਜੇ ਪੌਲ ਗਿਲਫਰਡ। ਇਹਨੇ ਸਭ ਤੋਂ ਵੱਧ ਫੈਕਟਰਾਂ ਦੀ ਗੱਲ ਕੀਤੀ 180 ਦੀ। 3 ਡਾਇਮੈਂਸ਼ਨਲ ਥਿਊਰੀ ਹੈ, 3 ਆयाम, ਚਾਹੇ ਜਿਵੇਂ ਆਪਾਂ ਇਹ ਕਮਰਾ ਇਹਦੀ ਹਾਈਟ ਵੀ ਹੈ ਕੋਈ ਨਾ ਕੋਈ, ਇਹਦੀ ਕੋਈ ਨਾ ਕੋਈ ਲੈਂਥ ਵੀ ਹੈ, ਇਹਦੀ ਕੋਈ ਨਾ ਕੋਈ ਵਿਡਥ ਵੀ ਹੈ। 3 ਆयाम ਦੀ ਗੱਲ ਕਰਦਾ, 3 ਡਾਇਮੈਂਸ਼ਨਸ ਦੀ ਗੱਲ ਕਰਦਾ ਜੇ ਪੌਲ ਗਿਲਫਰਡ ਹੈ ਜਿਹੜਾ। ਉਸ ਤੋਂ ਬਾਅਦ ਕੁਝ ਸਾਡੇ ਕੋਲ ਆਹ 2 ਚੀਜ਼ਾਂ ਦੀ ਅਸੀਂ ਨੇ ਪਹਿਲਾਂ ਗੱਲ ਕੀਤੀ ਸੀ। ਕਨਵਰਜੈਂਟ ਥਿੰਕਿੰਗ ਹੈ ਜਿਹੜੀ, ਇਹ ਕਾਹਦੇ ਨਾਲ ਡੀਲ ਕਰਦੀ ਹੈ, ਕਈ ਵਾਰ ਪੁੱਛ ਲਿਆ ਜਾਂਦਾ ਟਾਈਪਸ ਆਫ ਥਿੰਕਿੰਗ ਕਿ ਅਸੀਂ ਸੋਚਦੇ ਕਿਵੇਂ ਹਾਂ। ਤਾਂ ਕਨਵਰਜੈਂਟ ਥਿੰਕਿੰਗ ਹੈ ਇਹ ਬੇਸਿਕਲੀ ਸਾਡੀ ਇੰਟੈਲੀਜੈਂਸ ਦੇ ਨਾਲ ਕ੍ਰੀਏਟ ਕਰਦੀ ਹੈ। ਇਹਦੇ 'ਚ ਜਦੋਂ ਵੀ ਤੁਸੀਂ ਕੋਈ ਆਨਸਰ ਕੱਢੋਗੇ ਤਾਂ ਫੈਕਚੁਅਲ ਕੱਢੋਗੇ, ਲੌਜੀਕਲ ਆ ਕੇ ਕੋਈ ਨਾ ਕੋਈ ਆਨਸਰ ਤੇ ਤੁਸੀਂ ਪਹੁੰਚੋਗੇ। ਪਰ ਦੂਸਰੇ ਪਾਸੇ ਜਿਹੜੀ ਡਾਇਵਰਜੈਂਟ ਥਿੰਕਿੰਗ ਹੈ, ਡਾਇਵਰਜੈਂਟ ਥਿੰਕਿੰਗ ਕਾਹਦੇ ਨਾਲ ਰਿਲੇਟਡ ਹੈ, ਤੁਹਾਡੀ ਕ੍ਰੀਏਟੀਵਿਟੀ ਦੇ ਨਾਲ। ਕ੍ਰੀਏਟੀਵਿਟੀ ਕਿੱਥੋਂ ਆਊਗੀ, ਜੇਕਰ ਅਸੀਂ ਇਮੈਜੀਨੇਸ਼ਨ ਦੀ ਪਾਵਰ ਸਾਡੇ ਵਿੱਚ ਹੋਊਗੀ। ਉਸ ਤੋਂ ਬਾਅਦ ਸਾਡੇ ਕੋਲ ਆਉਂਦਾ ਜੀ ਇੱਕ ਇਸ ਤੋਂ ਬਾਅਦ ਟਰਮ ਦਿੱਤੀ ਗਈ ਲੇਟਰਲ ਥਿੰਕਿੰਗ। ਲੇਟਰਲ ਥਿੰਕਿੰਗ ਯਾਨੀ ਕਿ ਜਿਹੜੇ ਬੰਦੇ ਇਮੈਜੀਨੇਸ਼ਨ ਵੀ ਕਰ ਸਕਦੇ ਹੋਣ ਤੇ ਜਿਹੜੇ ਬੰਦੇ ਲੌਜਿਕ ਵੀ ਲਾ ਸਕਦੇ ਹੋਣ, ਜਿਹੜੇ ਦੋਨਾਂ ਨੂੰ ਯੂਜ਼ ਕਰਦੇ ਨੇ, ਉਹਨੂੰ ਅਸੀਂ ਕੀ ਕਹਿੰਦੇ ਆ, ਲੇਟਰਲ ਥਿੰਕਿੰਗ। ਲੇਟਰਲ ਥਿੰਕਿੰਗ ਜਿਹੜੀ ਟਰਮ ਹੈਗੀ ਆ ਇਹ ਦਿੱਤੀ ਸੀਗੀ ਐਡਵਰਡ ਡੀ ਮੋਨੋ। ਲੇਟਰਲ ਥਿੰਕਿੰਗ ਟਰਮ ਹੈ ਜਿਹੜੀ ਐਡਵਰਡ ਡੀ ਮੋਨੋ ਨੇ ਦਿੱਤੀ ਸੀ। ਉਸ ਤੋਂ ਬਾਅਦ ਅਸੀਂ ਜਦੋਂ ਟੀਚਿੰਗ ਮੈਥਡ ਪੜ੍ਹੇ ਸੀਗੇ, ਟੀਚਿੰਗ ਮੈਥਡ ਦੇ ਵਿੱਚ ਇੱਕ ਟਰਮ ਆਈ ਸੀਗੀ ਬ੍ਰੇਨਸਟੋਰਮਿੰਗ। ਬ੍ਰੇਨਸਟੋਰਮਿੰਗ ਨੇ ਦਿੱਤੀ ਸੀਗੀ, F.Osborne ਨੇ ਦਿੱਤੀ ਸੀ। ਇਹ ਕਾਹਦੇ ਨਾਲ ਸੰਬੰਧਿਤ ਹੈ, ਬ੍ਰੇਨਸਟੋਰਮਿੰਗ ਕ੍ਰੀਏਟੀਵਿਟੀ ਦੇ ਨਾਲ ਸੰਬੰਧਿਤ ਹੈ। ਤਾਂ ਇਹ ਕੀ ਹੈ, ਸਾਡੀ ਕਨਵਰਜੈਂਟ ਥਿੰਕਿੰਗ ਹੈ, ਡਾਇਵਰਜੈਂਟ ਥਿੰਕਿੰਗ ਹੈ, ਤੇ ਨਾਲ ਸਾਡੀ ਕੀ ਹੈ, ਲੇਟਰਲ ਥਿੰਕਿੰਗ। ਸਾਡੇ ਸੋਚਣ ਦੇ ਤਰੀਕੇ ਕਿਹੜੇ ਨੇ, ਕਿਹੜੇ ਤਰੀਕਿਆਂ ਦੇ ਨਾਲ ਅਸੀਂ ਸੋਚਦੇ ਹਾਂ। ਤਾਂ ਇਹ ਸਾਡੀਆਂ ਕੁਝ ਥਿਊਰੀਆਂ ਨੇ ਜਿਹੜੀਆਂ ਯਾਦ ਰੱਖਣੀਆਂ ਨੇ। ਇਹਦੇ ਵਿੱਚ ਬੇਸਿਕਲੀ ਪੱਕਾ ਨਹੀਂ ਪਤਾ ਕਿ ਇਹਦੇ ਵਿੱਚੋਂ ਕੋਈ ਕੁਐਸਚਨ ਆਊਗਾ ਕਿ ਨਹੀਂ ਆਊਗਾ, ਪਰ ਇਹਦੇ ਵਿੱਚ ਜਿਹੜਾ ਜੇ ਪੌਲ ਗਿਲਫਰਡ ਹੈ ਥੋੜਾ ਇਹ ਧਿਆਨ 'ਚ ਰੱਖਣ ਵਾਲਾ। ਤੇ ਬਾਕੀ ਜਿਹੜੀਆਂ ਟਾਈਪਸ ਆਫ ਥਿੰਕਿੰਗ ਨੇ ਕਿ ਕਿਹੜੀਆਂ ਥਿੰਕਿੰਗ ਨੇ, ਇਹ ਵੀ ਸਾਡੇ ਧਿਆਨ 'ਚ ਰੱਖਣ ਵਾਲੀਆਂ ਨੇ ਕਿ ਕਿਹੜੀ ਟਰਮ ਹੈ ਜਿਹੜੀ ਕਿਹੜੇ ਬੰਦੇ ਨੇ ਦਿੱਤੀ ਹੈ, ਤੇ ਇਹਦਾ ਮਤਲਬ ਕੀ ਹੁੰਦਾ, ਇਹਦਾ ਮਤਲਬ ਕੀ ਹੁੰਦਾ, ਇਹਦਾ ਮਤਲਬ ਕੀ ਹੈ, ਤੇ ਬ੍ਰੇਨਸਟੋਰਮਿੰਗ ਟਰਮ ਹੈ ਜਿਹੜੀ ਇਹ ਕਿਸ ਨੇ ਦਿੱਤੀ ਹੈ। ਆਪਾਂ ਜੇ ਪਹਿਲਾਂ ਗੱਲ ਕਰਕੇ ਹਟੇ ਹਾਂ ਇੰਟੈਲੀਜੈਂਸ ਦੀਆਂ ਥਿਊਰੀਜ਼ ਦੀ ਕਿ ਵੱਖੋ ਵੱਖਰੇ ਬੰਦਿਆਂ ਨੇ ਕਿਵੇਂ ਇੰਟੈਲੀਜੈਂਸ ਨੂੰ ਡਿਫਾਈਨ ਕੀਤਾ ਕਿ ਕਿਹੜੇ ਫੈਕਟਰ ਮਿਲ ਕੇ ਸਾਡੀ ਇੰਟੈਲੀਜੈਂਸ ਜਿਹੜੀ ਉਹਨੂੰ ਕ੍ਰੀਏਟ ਕਰਦੇ ਨੇ। ਉਸ ਤੋਂ ਬਾਅਦ
ਵੱਖੋ ਵੱਖਰੇ ਸਾਈਕੋਲੋਜਿਸਟਸ ਨੇ ਕੀ ਕੀਤਾ ਹੈ ਕਿ ਉਹਨਾਂ ਨੇ ਇੰਟੈਲੀਜੈਂਸੀ ਨੂੰ ਮਾਪਣ ਦੇ ਲਈ ਵੱਖੋ ਵੱਖਰੇ ਟੈਸਟ ਵੀ ਦਿੱਤੇ ਨੇ ਕਿ ਇਸ ਕਿਹੜੇ ਟੈਸਟ ਦੇ ਜ਼ਰੀਏ ਅਸੀਂ ਇੰਟੈਲੀਜੈਂਸੀ ਹੈ ਜਿਹੜੀ ਉਹ ਮਾਪ ਸਕਦੇ ਹਾਂ। ਤਾਂ ਇਹਨਾਂ ਨੂੰ ਬੇਸਿਕਲੀ ਅਸੀਂ ਦੋ ਭਾਗਾਂ ਦੇ ਵਿੱਚ ਵੰਡ ਸਕਦੇ ਹਾਂ। ਇੱਕ ਉਹ ਟੈਸਟ ਹੈ ਜਿਹੜਾ ਸਿਰਫ ਇਕੱਲੇ ਬੰਦੇ ਤੇ ਅਪਲਾਈ ਕੀਤਾ ਜਾ ਸਕਦਾ, ਇੱਕ ਇਹੋ ਜਿਹਾ ਟੈਸਟ ਹੈ ਜਿਹੜਾ ਗਰੁੱਪ ਦੇ ਉੱਪਰ ਅਪਲਾਈ ਕੀਤਾ ਜਾ ਸਕਦਾ। ਮੰਨ ਲਓ ਸਾਡੀ ਕਲਾਸ ਹੈ, ਕਲਾਸ ਦੇ ਵਿੱਚੋਂ ਕੁਝ ਇੱਕ ਬੱਚਾ ਹੈਗਾ ਜਿਹੜਾ ਤੁਹਾਨੂੰ ਲੱਗ ਰਿਹਾ ਕਿ ਉਹ ਬਹੁਤ ਜ਼ਿਆਦਾ ਵੀਕ ਹੈ, ਤਾਂ ਕੋਈ ਟੈਸਟ ਹੋਊਗਾ ਉਹਦੇ ਲਈ ਜਿਹੜਾ ਅਸੀਂ ਵੀਕ ਬੱਚੇ ਤੇ ਅਪਲਾਈ ਕਰਕੇ ਦੇਖ ਸਕਦੇ ਹਾਂ ਕਿ ਅਸਲ ਦੇ ਵਿੱਚ ਇਸ ਬੱਚੇ ਨੂੰ ਪ੍ਰੋਬਲਮ ਕਿੱਥੇ ਆ ਰਹੀ ਹੈ। ਉਸ ਤੋਂ ਬਾਅਦ ਕੁਝ ਜਿਹੜਾ ਹੈਗਾ ਸਾਰੀ ਕਲਾਸ ਦੇ ਲਈ ਵੀ ਕੋਈ ਇੰਟੈਲੀਜੈਂਸ ਟੈਸਟ ਹੋਊਗਾ ਜਿੱਥੋਂ ਪਤਾ ਲੱਗ ਸਕੇ ਕਿ ਐਵਰੇਜ ਇੰਟੈਲੀਜੈਂਸ ਜਿਹੜੀ ਸਾਡੇ ਬੱਚਿਆਂ ਲਈ ਕੀ ਹੈ। ਤੇ ਜਾਂ ਫਿਰ ਜਿਹੜੇ ਮੋਸਟਲੀ ਜਿਹੜੇ ਗਰੁੱਪ ਟੈਸਟ ਨੇ ਉਹ ਜਿਹੜੇ ਆਰਮੀ ਵਾਲੇ ਪਰਸਨਸ ਨੇ ਉਹਨਾਂ ਦੇ ਉੱਪਰ ਜ਼ਿਆਦਾ ਅਪਲਾਈ ਕੀਤੇ ਜਾਂਦੇ ਨੇ, ਤੇ ਜਾਂ ਫਿਰ ਪੂਰੇ ਦੇ ਪੂਰੇ ਸਕੂਲ ਦੇ ਉੱਪਰ ਵੀ ਅਪਲਾਈ ਕੀਤੇ ਜਾ ਸਕਦੇ ਨੇ, ਪੂਰੀ ਦੀ ਪੂਰੀ ਕੋਈ ਇੰਸਟੀਟਿਊਸ਼ਨ ਉਹਦੇ ਉੱਪਰ ਵੀ ਅਸੀਂ ਅਪਲਾਈ ਕਰ ਸਕਦੇ ਹਾਂ। ਤਾਂ ਬੇਸਿਕਲੀ ਦੋ ਭਾਗਾਂ 'ਚ ਬਣ ਲਿਆ, ਇੱਕ ਜਿਹੜੇ ਇਕੱਲੇ ਬੰਦੇ ਦੇ ਅਪਲਾਈ ਕੀਤੇ ਜਾ ਸਕਦੇ ਨੇ, ਦੂਸਰੇ ਉਹ ਟੈਸਟ ਨੇ ਜਿਹੜੇ ਪੂਰੇ ਦੇ ਪੂਰੇ ਗਰੁੱਪ ਦੇ ਪੂਰੇ ਦੇ ਪੂਰੇ ਕਿਸੇ ਸਮੂਹ ਦੇ ਉੱਪਰ ਅਪਲਾਈ ਕੀਤੇ ਜਾ ਸਕਦੇ ਨੇ। ਤਾਂ ਫਰਦਰ ਜਿਹੜੇ ਟੈਸਟ ਨੇ ਉਹ ਦੋ ਤਰ੍ਹਾਂ ਦੇ ਹੋ ਸਕਦੇ ਨੇ, ਇੱਕ ਵਰਬਲ ਟੈਸਟ ਨੇ, ਇੱਕ ਸਾਡੇ ਕੋਲੇ ਨੌਨ ਵਰਬਲ ਟੈਸਟ ਨੇ। ਵਰਬਲ ਟੈਸਟ ਦੇ ਵਿੱਚ ਜੇ ਅਸੀਂ ਸਿੰਗਲ ਵਿਅਕਤੀ ਦੀ ਗੱਲ ਕਰੀਏ, ਸਭ ਤੋਂ ਪਹਿਲਾਂ ਆਉਂਦਾ ਹੈ ਐਲਫਰਡ ਬੇਨੇ ਤੇ ਥੀਓਡੋਰ ਸਾਈਮਨ ਦਾ ਟੈਸਟ ਹੈ, ਜਿਹਨੂੰ ਬੇਨੇ ਸਾਈਮਨ ਟੈਸਟ ਬੋਲਿਆ ਜਾਂਦਾ। 1905 ਦੇ ਵਿੱਚ ਬਣਾਇਆ ਸੀ। ਲਾਸਟ ਵੀਡੀਓ 'ਚ ਵੀ ਗੱਲ ਕਰਕੇ ਹਟੇ ਸੀ ਇਹਦੀ। ਤੇ ਇਹਨੂੰ ਫਸਟ ਜਿਹੜਾ ਪੇਪਰ ਪੈਨਸਿਲ ਟੈਸਟ ਕਿਹਾ ਜਾਂਦਾ ਹੈ। ਇੰਪੋਰਟੈਂਟ ਹੈ, ਯਾਦ ਰੱਖ ਲਿਓ ਕਿ ਪਹਿਲਾ ਜਿਹੜਾ ਪੈਨਸਿਲ ਪੇਪਰ ਟੈਸਟ ਸੀਗਾ ਉਹ ਕਿਹਨੂੰ ਆਖਿਆ ਗਿਆ, ਜਿਹੜਾ ਬੇਨੇ ਤੇ ਸਾਈਮਨ ਦਾ ਸੀ। ਦੂਸਰਾ ਹੈਗਾ ਗੋਡਾਰਡ ਟੈਸਟ 1910 'ਚ ਬਣਿਆ। ਤੀਸਰਾ ਸਟੈਨਫੋਰਡ ਬੇਨੇ ਟੈਸਟ ਜਿਹੜਾ ਨੇ ਕਿਹਨੇ ਰਿਵਾਈਜ਼ ਕੀਤਾ ਸੀ, ਲਾਸਟ ਵੀਡੀਓ 'ਚ ਪੜ੍ਹਿਆ ਸੀ ਨੇ, ਟਰਮੈਨ ਨੇ ਰਿਵਾਈਜ਼ ਕੀਤਾ ਸੀ, ਲੂਇਸ ਟਰਮੈਨ ਨੇ। ਇਹ ਕਦੋਂ ਆਇਆ 1916 ਦੇ ਵਿੱਚ। ਨੌਨ ਵਰਬਲ ਆ ਗਿਆ ਸਾਡੇ ਕੋਲ। ਨੌਨ ਵਰਬਲ ਦੇ ਵਿੱਚ ਪਹਿਲਾ ਹੈਗਾ ਸਾਡੇ ਕੋਲੇ ਮੈਰਿਲ ਪੈਲਮਰ ਟੈਸਟ 1948 ਦੇ ਵਿੱਚ ਬਣਿਆ। ਪੈਂਟਰ ਪੈਟਰਸਨ ਪਰਫਾਰਮੈਂਸ ਸਕੇਲ 1917 ਦੇ ਵਿੱਚ ਬਣਿਆ। ਮਿਨੋਸਟਾ ਪ੍ਰੀ ਸਕੂਲ ਸਕੇਲ 1940 ਦੇ ਵਿੱਚ ਬਣਿਆ। ਗੁੱਡ ਇਨਫਸ ਡਰਾਇੰਗ ਮੈਨ ਟੈਸਟ, ਇਹ ਇੰਪੋਰਟੈਂਟ ਹੈ ਵੀ ਬਸ ਤੁਸੀਂ ਇਹ ਯਾਦ ਰੱਖਣਾ ਕਿ ਇਹ ਟੈਸਟ ਹੈ ਜਿਹੜਾ ਕਾਹਦਾ ਟੈਸਟ ਹੈ, ਇੰਟੈਲੀਜੈਂਸੀ ਦਾ ਟੈਸਟ ਹੈ। ਹੁਣ ਪਹਿਲਾ ਟੈਸਟ ਸੀਗਾ ਜਿਹਦੇ ਵਿੱਚ ਕਿਹੜੀ ਚੀਜ਼ ਯੂਜ਼ ਕੀਤੀ ਗਈ ਹੈ, ਡਰਾਇੰਗ ਯੂਜ਼ ਕੀਤੀ ਗਈ ਹੈ। ਅਸੀਂ ਸਾਰਿਆਂ ਨੇ ਇੱਕ ਫਿਲਮ ਦੇਖੀ ਹੋਊਗੀ ਜਿਹੜੀ ਉਹਦੇ ਅਜੇ ਦੇਵਗਨ ਤੇ ਸੁਨੀਲ ਸ਼ੈੱਟੀ ਦੀ ਮੂਵੀ ਆਈ ਸੀ, ਜਿਸ 'ਚ ਅਜੇ ਦੇਵਗਨ ਪਾਗਲ ਹੋ ਜਾਂਦਾ, ਉਹਦੀਆਂ ਅੱਖਾਂ ਸਾਹਮਣੇ ਕੋਈ ਖੂਨ ਆਉਂਦਾ ਤਾਂ ਜੇਲ੍ਹ ਦੀਆਂ ਕੰਧਾਂ 'ਤੇ ਉਹ ਕੀ ਆ, ਬੰਦੇ ਦਾ ਕਤਲ ਛਾਪੀ ਜਾਂਦਾ। ਜਾਨੀ ਕਿ ਉਹ ਕੀ ਕਰ ਰਿਹਾ, ਕੋਈ ਨਾ ਕੋਈ ਗੱਲ ਦੱਸਣ ਦੀ ਕੋਸ਼ਿਸ਼ ਕਰ ਰਿਹਾ। ਇੱਕ ਬੱਚਾ ਐਵੇਂ ਬੱਚਿਆਂ ਦੇ ਉੱਪਰ ਅਪਲਾਈ ਕਰਕੇ ਦੇਖਿਆ ਗਿਆ। ਜਦੋਂ ਬੱਚੇ ਦੇ ਉੱਪਰ ਅਪਲਾਈ ਕੀਤਾ ਗਿਆ ਤਾਂ ਇੱਕ ਬੱਚਾ ਜਿਹੜਾ ਕੁਝ ਵੀ ਬੋਲ ਨਹੀਂ ਰਿਹਾ, ਉਹ ਨਾ ਇੱਕ ਕਲਾਸ ਦੇ ਵਿੱਚ ਉਹ ਬਹੁਤ ਡਿਮ ਰਹਿੰਦਾ। ਕਿਸੇ ਤਰ੍ਹਾਂ ਦਾ ਕੋਈ ਕੁਐਸਚਨ ਟੀਚਰ ਉਹਨੂੰ ਪੁੱਛ ਰਿਹਾ, ਪਿਆਰ ਨਾਲ ਵੀ ਪੁੱਛਣ ਦੀ ਕੋਸ਼ਿਸ਼ ਕਰ ਰਿਹਾ, ਉਹ ਜਵਾਬ ਨਹੀਂ ਦੇ ਰਿਹਾ ਟੀਚਰ ਨੂੰ ਕਿ ਬੱਚੇ ਦੇ ਨਾਲ ਅਸਲ ਦੇ ਵਿੱਚ ਹੋਇਆ ਕੀ ਹੈ। ਤਾਂ ਫਿਰ ਉਹ ਟੀਚਰ ਕੀ ਕਰਦਾ, ਉਹਨੂੰ ਇੱਕ ਕਾਪੀ ਪੈਨਸਲ ਦਿੰਦਾ ਕਿ ਤੂੰ ਡਰਾਇੰਗ ਬਣਾ ਕੇ ਦਿਖਾ। ਹੁਣ ਜਿਹੜੀਆਂ ਬੱਚੇ ਨਾਲ ਮਿਸ ਹੈਪਨਿੰਗਸ ਹੋਈਆਂ ਹੁੰਦੀਆਂ ਨੇ, ਉਹ ਸਾਰੀਆਂ ਡਰਾਇੰਗਸ ਨੇ ਜਿਹੜੀਆਂ ਉਹਦੇ ਨਾਲ ਰਿਲੇਟਡ ਬਣਾਉਂਦਾ ਹਨਾ। ਪਰ ਉਹ ਉਹਨਾਂ ਚੀਜ਼ਾਂ ਨੂੰ ਬੋਲ ਕੇ ਦੱਸਣ ਤੋਂ ਡਰਦਾ ਸੀਗਾ, ਪਰ ਉਹਨੇ ਜਿਹੜੀਆਂ ਪ੍ਰੋਬਲਮਸ ਹੈਗੀਆਂ ਸੀ ਉਹ ਕੀ ਕਰਤੀਆਂ, ਉਹਨੇ ਆਪਣੇ ਪੇਪਰ ਦੇ ਉੱਪਰ ਬੰਦੇ ਛਾਪਤੇ। ਉਹਨੂੰ ਕੋਈ ਬੰਦਾ ਤੰਗ ਕਰ ਰਿਹਾ, ਕੋਈ ਕੁੜੀ ਹੈ ਮੰਨ ਲਓ, ਕੋਈ ਬੱਚਾ ਮੁੰਡਾ ਤੰਗ ਕਰ ਰਿਹਾ, ਤਾਂ ਉਹ ਸਿੱਧਾ ਨਹੀਂ ਦੱਸ ਸਕਦੀ, ਤਾਂ ਉਹਨੇ ਇੱਕ ਉਹਦੇ ਉੱਪਰ ਡਰਾਇੰਗ ਕੀਤੀ। ਉਹਦੇ ਉੱਪਰ ਇੱਕ ਕੁੜੀ ਤੁਰੀ ਜਾਂਦੀ ਹੈ, ਪਿੱਛੇ ਮੁੰਡੇ ਕੁਛ ਕਰਦੇ ਦਿਖਾਤੇ, ਜਾਨੀ ਕਿ ਕੀ ਇੱਕ ਸਿੰਬਲ ਦੇਤਾ ਉਹਨੇ ਹਨਾ ਵੀ ਇਹ ਚੀਜ਼ ਹੋ ਰਹੀ ਹੈ। ਤਾਂ ਹੁਣ ਉਹ ਬੰਦੇ ਉਹ ਚੀਜ਼ ਸੋਚ ਕਿਉਂ ਰਹੀ ਹੈ, ਕੋਈ ਨਾ ਕਿਤੇ ਇਹ ਚੀਜ਼ ਉਹਦੇ ਨਾਲ ਹੈਪਨ ਹੋਈ ਹੋਊਗੀ। ਤਾਂ ਇਹ ਪਹਿਲਾ ਟੈਸਟ ਸੀਗਾ ਜਿਹੜਾ ਡਰਾਇੰਗ ਦਾ ਇੰਟੈਲੀਜੈਂਸੀ ਦੇ ਵਿੱਚ ਯੂਜ਼ ਕੀਤਾ ਗਿਆ। ਉਸ ਤੋਂ ਬਾਅਦ ਆ ਗਿਆ ਪੈਰਿਸ ਮੇਜ਼ ਟੈਸਟ। ਮੇਜ਼ ਜਾਨੀ ਕਿ ਕੀ ਹੈ, ਭੂਲ ਭੁਲਈਆ ਟਾਈਪ ਕਹਿ ਸਕਦੇ ਆ। ਉਹਨਾਂ ਨੂੰ ਵੱਖੋ ਵੱਖਰੇ ਤਰੀਕਿਆਂ ਦੇ ਮੇਜ਼ਸ ਦੇ ਨੇ ਤੇ ਉਹਨਾਂ ਤੋਂ ਫਿਰ ਉਹਨੂੰ ਸੋਲਵ ਕਰਕੇ ਦਿਖਾਉਣਾ। ਜਿਵੇਂ ਸਾਡੇ ਅਖਬਾਰਾਂ ਦੇ ਉੱਪਰ ਆਉਂਦਾ ਕਿ ਤੁਸੀਂ ਇੱਥੇ ਖੜੇ ਹੋ ਜੀ, ਤੁਸੀਂ ਇੱਥੇ ਪਹੁੰਚਣਾ ਹੈ ਨਾ, ਅਖਬਾਰਾਂ ਦੇ ਉੱਪਰ ਵੀ ਆਉਂਦਾ ਹੁੰਦਾ ਹੈ, ਉਹਨੂੰ ਅਸੀਂ ਮੇਜ਼ ਟੈਸਟ ਬੋਲਦੇ ਹਾਂ। ਆਹ ਟੈਸਟ ਖਾਸ ਕਰਕੇ ਯਾਦ ਰੱਖਿਓ ਕਿਉਂਕਿ ਇਕੱਲੇ ਇੰਡੀਅਨ ਇੱਕ ਬੰਦੇ ਦਾ ਨਾਮ ਆਇਆ, ਜਿਹਦਾ ਨਾਮ ਕੀ ਹੈ, ਡਾਕਟਰ ਚੰਦਰ ਮੋਹਨ ਭਾਟੀਆ। ਭਾਟੀਆ ਟੈਸਟ ਬੈਟਰੀ ਕਿਹਾ ਜਾਂਦਾ, 1955 ਦੇ ਵਿੱਚ ਇਹਨਾਂ ਨੇ ਡਿਵੈਲਪ ਕੀਤੀ ਸੀ। ਦੂਸਰੇ ਸਾਡੇ ਕੋਲੇ ਗਰੁੱਪ ਟੈਸਟ ਨੇ, ਇਹ ਵੀ ਵਰਬਲ ਤੇ ਨੌਨ ਵਰਬਲ ਨੇ। ਪਹਿਲਾ ਹੈਗਾ ਆਰਮੀ ਅਲਫਾ ਟੈਸਟ। ਹੁਣ ਇਹ ਗਰੁੱਪ ਕੀ ਨੇ, ਸਮੂਹ ਦੇ ਲਈ ਬਣਾਏ ਗਏ ਨੇ ਹਨਾ, ਇੱਕ ਬੰਦੇ ਦੇ ਲਈ ਨਹੀਂ, ਕਾਫੀ ਬੰਦਿਆਂ ਦੇ ਲਈ। ਆਰਮੀ ਅਲਫਾ ਟੈਸਟ ਹੈਗਾ। ਉਸ ਤੋਂ ਬਾਅਦ ਟੈਰਮਨ ਗਰੁੱਪ ਟੈਸਟ ਹੈਗਾ। ਟੈਰਮਨ ਗਰੁੱਪ ਟੈਸਟ ਆਫ ਮੈਂਟਲ ਐਬਿਲਿਟੀਜ਼। ਟੈਰਮਨ ਉਹੀ ਹੈ ਜਿਹੜੀ ਅਸੀਂ ਪਿੱਛੇ ਗੱਲ ਕੀਤੀ ਹੈ, ਜਿਹਨੇ ਸਟੈਨਫੋਰਡ ਬੇਨੇ ਟੈਸਟ ਬਣਾਇਆ ਸੀਗਾ। ਜਨਰਲ ਇੰਟੈਲੀਜੈਂਸੀ ਟੈਸਟ ਹੈਗਾ SMSN। ਨੌਨ ਵਰਬਲ ਟੈਸਟ ਆ ਗਏ, ਆਰਮੀ ਬੀਟਾ ਟੈਸਟ ਆ ਗਿਆ, ਰੇਵਨ ਪ੍ਰੋਗਰੈਸਿਵ ਮੈਟਿਊਸ ਟੈਸਟ ਆ ਗਿਆ, ਕੈਟਲ ਉਹੀ ਜਿਹੜਾ ਸੀ ਰੇਮੰਡ ਕੈਟਲ ਲਾਸਟ ਵਿੱਚ ਪੜ੍ਹ ਕੇ ਗਿਆ, ਜਿਹਨੇ ਕਿਹਾ ਸੀ ਕਿ ਬੁੱਧੀ ਦੋ ਤਰ੍ਹਾਂ ਦੀ ਹੈ, ਇੱਕ ਤਰਲ ਤੇ ਇੱਕ ਠੋਸ, ਫਲੂਇਡ ਤੇ ਕ੍ਰਿਸਟਲ ਦੀ ਗੱਲ ਕੀਤੀ ਸੀ, ਉਹੀ ਰੇਮੰਡ ਕੈਟਲ। ਉਹਨੇ ਕਿਹੜਾ ਟੈਸਟ ਬਣਾਇਆ, ਕਲਚਰ ਫ੍ਰੀ ਟੈਸਟ।
ਹੁਣ ਇਹਦਾ ਵੀ ਨਾਮ ਡਿਫਰੈਂਟ ਆ ਗਿਆ। ਇਹਨੇ ਬੰਦੇ ਨੇ ਕੀ ਗੱਲ ਕੀਤੀ ਹੈ ਕਿ ਇੰਟੈਲੀਜੈਂਸੀ ਟੈਸਟ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿੱਥੇ ਕਲਚਰ ਹੈ, ਜਿਹੜਾ ਕਲਚਰ ਦਾ ਕੋਈ ਪ੍ਰਭਾਵ ਨਾ ਪੈ ਰਿਹਾ ਹੋਵੇ ਨਾ। ਉਸ ਤੋਂ ਬਾਅਦ ਆ ਗਿਆ ਸ਼ਿਕਾਗੋ ਨੌਨ ਵਰਬਲ ਟੈਸਟ ਆ ਗਿਆ। ਇੱਕ ਆਹ ਟੈਸਟ ਹੈ ਜਿਹੜਾ ਇਹ ਯਾਦ ਰੱਖਿਓ ਵੀ ਬੈਚਲਰ ਟੈਸਟ ਹੈ। ਇਹਦੇ ਵਿੱਚ ਇਹਨੇ 3 ਬੈਟਰੀਜ਼ ਦਿੱਤੀਆਂ ਨੇ, WAIS ਹੈਗਾ, WISC ਹੈਗਾ, WPPSI ਹੈਗਾ। ਇਹਦਾ ਮਤਲਬ ਕੀ ਇਹਦਾ ਹੈਗਾ ਬੈਚਲਰਸ ਅਡਲਟ ਇੰਟੈਲੀਜੈਂਸੀ ਸਕੇਲ, ਇਹ ਹੈਗਾ ਬੈਚਲਰਸ ਇੰਟੈਲੀਜੈਂਸੀ ਸਕੇਲ ਆਫ ਚਿਲਡਰਨ, ਇਹ ਹੈਗਾ ਬੈਚਲਰ ਪ੍ਰੀ ਪ੍ਰਾਇਮਰੀ ਸਕੇਲ ਆਫ ਇੰਟੈਲੀਜੈਂਸ। ਤਾਂ ਇਹਨੇ 3 ਤਰ੍ਹਾਂ ਦੀਆਂ ਇਹ ਆਪਣੇ ਟੌਪਿਕ ਲਏ ਸੀਗੇ ਜਾਂ 3 ਨੇ ਬੈਟਰੀਜ਼ ਸੀ ਜਿਹੜੀਆਂ ਚੂਜ਼ ਕੀਤੀਆਂ ਸੀਗੀਆਂ ਅਡਲਟ ਦੇ ਲਈ, ਚਿਲਡਰਨ ਦੇ ਲਈ ਤੇ ਪ੍ਰੀ ਪ੍ਰਾਇਮਰੀ ਸਕੂਲ ਦੇ ਬੱਚਿਆਂ ਦੇ ਲਈ, ਹੈ ਨਾ। ਤਾਂ ਇਹ ਟੈਸਟ ਨੇ ਇੰਪੋਰਟੈਂਟ। ਫਿਰ ਉਹੀ ਦੇਖ ਲਓ ਐਲਫਰਡ ਬੇਨੇ ਦਾ ਟੈਸਟ ਹੋ ਗਿਆ। ਉਸ ਤੋਂ ਬਾਅਦ ਟੈਰਮਨ ਨੇ ਜਿਹੜਾ ਉਹ ਐਲਫਰਡ ਬੇਨੇ ਦਾ ਸਟੇਨਫੋਰਡ ਵਾਲਾ ਰਿਵਾਈਜ਼ ਕੀਤਾ ਸੀਗਾ 1916 ਦੇ ਵਿੱਚ। ਉਸ ਤੋਂ ਬਾਅਦ ਸਾਡੇ ਕੋਲ ਇਹ ਗੁੱਡ ਐਨਫ ਕ੍ਰਾਈਮ ਮੈਨ ਟੈਸਟ ਆ ਗਿਆ, ਇੱਕ ਕੈਟਲ ਦਾ ਟੈਸਟ ਆ ਗਿਆ ਜਿਹੜਾ ਕਲਚਰ ਫ੍ਰੀ, ਇੱਕ ਬੈਚਲਰ ਦਾ ਟੈਸਟ ਆ ਗਿਆ। ਇਹ ਇੰਪੋਰਟੈਂਟ ਨੇ, ਪਰ ਬਸ ਅਸੀਂ ਇੰਨਾ ਕੁ ਰੱਖਣਾ ਕਿ ਇੱਕ ਵਾਰ ਇਹਨਾਂ ਦੇ ਨਾਮ ਦੇ ਗੋ ਥਰੂ ਹੋ ਜਾਈਏ ਕਿ ਨਾਮ ਮਾੜਾ ਮੋਟਾ ਆਪਣੇ ਦਿਮਾਗ ਦੇ ਵਿੱਚ ਰਹਿ ਜੇ, ਤਾਂ ਕਿ ਜੇ ਸਾਨੂੰ ਇਹ ਪੁੱਛ ਲਿਆ ਜਾਂਦਾ ਕਿ ਇਹ ਟੈਸਟ ਕਾਹਦੇ ਨਾਲ ਸੰਬੰਧਿਤ ਹੈ ਤਾਂ ਅਸੀਂ ਉੱਥੇ ਇੰਟੈਲੀਜੈਂਸੀ ਕਲਿੱਕ ਕਰ ਸਕੀਏ, ਤੇ ਜਾਂ ਫਿਰ ਇਹ ਪੁੱਛਿਆ ਜਾਂਦਾ ਕਿ ਇਹ ਟੈਸਟ ਇੰਟੈਲੀਜੈਂਸੀ ਨਾਲ ਸੰਬੰਧਿਤ ਕਿਹੜਾ ਨਹੀਂ, ਤਾਂ ਕਿਤੇ ਨਾ ਕਿਤੇ ਇਹਨਾਂ ਤੋਂ ਨਾਮ ਹੈ ਜਿਹੜਾ ਸਾਡੇ ਦਿਮਾਗ 'ਚ ਕਲਿੱਕ ਕਰ ਜੇ। ਬਹੁਤ ਜ਼ਿਆਦਾ ਡੀਪ ਪੜ੍ਹਨ ਦੀ ਆਪਾਂ ਨੂੰ ਜ਼ਰੂਰਤ ਇਹਦੇ ਵਿੱਚ ਨਹੀਂ ਹੈ।